ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੁਖਬੀਰ ਦੇ ਅਸਤੀਫੇ ਦੀ ਅਫਵਾਹਾਂ ਅਤੇ ਪੰਜਾਬ ਦੇ ਬਜਟ ਬਾਰੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਆਮ ਆਦਮੀ ਪਾਰਟੀ ਵੱਲੋਂ ਅੱਜ ਆਪਣਾ ਪਹਿਲਾ ਬਜਟ ਜਿਹੜਾ ਹੈਗਾ ਪੇਸ਼ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਜਿਸ ਦਿਨ ਤੋਂ ਸਰਕਾਰ 'ਚ ਬਣੇ ਹੈ ਉਸੇ ਦਿਨ ਤੋਂ ਕਈ ਤਰ੍ਹਾਂ ਦੀ ਵੱਡੀ ਗੱਲਾਂ ਪਹਿਲਾਂ ਵੀ ਕਰ ਰਹੇ ਸੀ ਅਤੇ ਬਾਅਦ ਦੇ ਵਿੱਚ ਵੀ ਵਾਅਦੇ ਪੂਰੀ ਕਰਨ ਦੀ ਗੱਲਾਂ ਕਰਦੇ ਰਹੇ ਨੇ ਅਤੇ ਉਹਨਾਂ ਦਾ ਵਾਰ-ਵਾਰ ਇਹੀ ਦਾਅਵਾ ਸੀਗਾ ਵੀ ਕਿ ਬਜਟ ਦੇ ਵਿੱਚ ਉਹ ਬਹੁਤ ਕੁਝ ਨਵਾਂ ਲੈ ਕੇ ਆ ਰਹੇ ਨੇ। ਤਾਂ ਅਸੀਂ ਜਾਣਨਾ ਚਾਹਾਂਗੇ ਆਮ ਆਦਮੀ ਪਾਰਟੀ ਦਾ ਜਿਹੜੇ ਪਲੇਠਾ ਬਜਟ ਹੈ ਇਹਦੀ ਦਿਸ਼ਾ ਕੀ ਹੈ, ਦਸ਼ਾ ਕੀ ਹੈ, ਇਸ ਵਿੱਚ ਮੁੱਖ ਤੌਰ 'ਤੇ ਕਿਸ ਤਰ੍ਹਾਂ ਦਾ ਜਿਹੜਾ ਦੇਖਣ ਨੂੰ ਮਿਲਿਆ ਵੀ ਕਿ ਆਲ ਓਵਰ ਜੇ ਗੱਲ ਕਰੀਏ ਤਾਂ ਬਜਟ ਕਿਸ ਤਰ੍ਹਾਂ ਦਾ ਰਿਹਾ? ਅਸਲ ਦੇ ਵਿੱਚ ਇੱਕ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਕੋਲ ਬਹੁਤ ਕੁਝ ਕਰਨ ਨੂੰ ਹੈ ਨਹੀਂ ਸੀ, ਕਿਉਂਕਿ ਜਿਹੜੇ ਵਸੀਲੇ ਹੁੰਦੇ ਨੇ ਪੈਸੇ ਰੈਵਨਿਊ ਜਿੰਨਾ ਹੁੰਦਾ ਉਹਦੇ ਆਧਾਰ 'ਤੇ ਹੀ ਤੁਸੀਂ ਥੋੜ੍ਹਾ ਬਹੁਤ ਗੇਮ ਖੇਡ ਸਕਦੇ ਹੋ ਇੱਧਰ ਉੱਧਰ। ਔਰ ਜਿਹੜਾ ਇਹਨਾਂ ਨੇ 2 ਦਿਨ ਪਹਿਲਾਂ ਵਾਈਟ ਪੇਪਰ ਜਾਰੀ ਕੀਤਾ, ਜਿਹੜਾ ਹਰ ਸਰਕਾਰੀ ਕਰਦੀ ਹੈ, ਵਾਈਟ ਪੇਪਰ ਕਰਤਾ। ਅਤੇ ਅੱਜ ਵੀ ਜਿਹੜਾ ਫਾਈਨਾਂਸ ਮਿਨਿਸਟਰ ਨੇ, ਵਿੱਤ ਮੰਤਰੀ ਨੇ ਆਪਣੇ ਭਾਸ਼ਣ 'ਚ ਵੀ ਕਿਹਾ ਪਹਿਲਾਂ ਜੀ, ਉਹ ਕੀ ਕਿਹਾ? ਉਹ ਤਾਂ ਇਹ ਕਹਿ ਰਿਹਾ ਕਿ ਅਸੀਂ ਦਿਵਾਲੀਆਪਣ ਦੇ ਕਗਾਰ 'ਤੇ ਪਹੁੰਚ ਗਏ ਹਾਂ। ਦਿਵਾਲੀਏਪਣ ਦੇ ਕਗਾਰ 'ਤੇ ਕਿਉਂ ਪਹੁੰਚ ਗਿਆ? ਕਿਉਂਕਿ ਸਾਡੇ ਕੋਲ ਜਿਹੜਾ ਕਰਜ਼ਾ ਹੈ ਉਹ ਇੰਨਾ ਵੱਧ ਗਿਆ। ਅੱਜ ਦੱਸਿਆ 2,63,000 ਕਰੋੜ ਰੁਪਈਆ ਕਰਜ਼ਾ ਤਾਂ ਉਹਨਾਂ ਕੋਲ ਹੋ ਗਿਆ ਜਿਹੜਾ ਸਰਕਾਰ ਸਿਰ ਹੈ ਜੀ। 55,000 ਕਰੋੜ ਰੁਪਈਆ ਕਰਜ਼ਾ ਹੋ ਗਿਆ ਜਿਹੜਾ ਬੋਰਡਾਂ ਅਤੇ ਕਾਰਪੋਰੇਸ਼ਨਾਂ ਸਿਰ ਹੈ। 22,500 ਕਰੋੜ ਰੁਪਏ ਦੀਆਂ ਗਰੰਟੀਆਂ ਦਿੱਤੀਆਂ ਹੋਈਆਂ ਨੇ ਡਿਫਰੈਂਟ ਸੰਸਥਾਵਾਂ ਨੂੰ ਕਰਜ਼ੇ ਦੀਆਂ। ਮਤਲਬ ਕਰਜ਼ੇ ਦਾ ਵੱਧ ਕੇ ਜੇ ਸਰਕਾਰੀ ਬੋਰਡ 'ਤੇ ਲਾਈਏ 3,18,000 ਕਰੋੜ ਤਾਂ ਉਹੀ ਹੋ ਗਿਆ ਸਿੱਧਾ। ਅਤੇ ਉਹ ਕਰਜ਼ੇ ਦੇ ਵਿਆਜ ਦੇ ਵਿੱਚ ਹੀ ਕਿੰਨਾ ਕੁਛ ਚਲਾ ਜਾਂਦਾ। ਫਿਰ ਉਹ ਨਾਲ ਦੀ ਨਾਲ ਇੱਕ ਫਿਗਰ ਦਿੰਦੇ ਨੇ ਇਸੇ ਦੇ ਵਿੱਚ ਬਜਟ ਦੇ ਵਿੱਚ, ਆਪਣੇ ਬਜਟ ਭਾਸ਼ਣ 'ਚ, ਕਿ ਸਾਡਾ ਜਿਹੜਾ ਪੈਸਾ ਹੈ ਉਹ 66,440 ਕਰੋੜ ਰੁਪਇਆ, ਲਗਭਗ ਟੋਟਲ ਜਿੰਨਾ ਰੈਵਨਿਊ ਸਾਡਾ ਆਉਂਦਾ ਉਹਦਾ 66% ਇਹ ਪ੍ਰਤੀਬੱਧ ਖਰਚਿਆਂ 'ਤੇ ਚਲਾ ਜਾਂਦਾ। ਪ੍ਰਤੀਬੱਧ ਖਰਚੇ ਕਿਹੜੇ ਨੇ? ਕਿ ਜਿਨ੍ਹਾਂ ਤੋਂ ਬਿਨਾਂ ਸਰਦਾ ਹੀ ਨਹੀਂ ਹੈ। ਮਤਲਬ ਜਿਹ 'ਚ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਨੇ, ਜਿਹਦੇ 'ਚ ਕਰਜ਼ੇ ਦੇ ਵਿਆਜ ਦੀ ਕਿਸ਼ਤ ਮੋੜਨੀ ਹੈ, ਅਤੇ ਜਿਹਦੇ 'ਚ ਜਿਹੜੀ ਸਬਸਿਡੀ ਤੁਸੀਂ ਦੇ ਰਹੇ ਹੋ ਉਹ ਦੇਣੀ ਹੈ। ਇਹ 3 ਉਹਦੇ 'ਚ ਸ਼ਾਮਲ ਨੇ। ਹੁਣ ਉਹ ਸਾਰੇ ਮਾਮਲੇ ਦੇ ਵਿੱਚ ਇਹ ਹੈ ਕਿ ਕਹਿੰਦੇ ਨੇ ਸਾਡੇ ਕੋਲ 95,000 ਕਰੋੜ ਤੋਂ ਥੋੜ੍ਹਾ ਜਿਹਾ ਜ਼ਿਆਦਾ ਰੈਵਨਿਊ ਆਉਣ ਦੀ ਉਮੀਦ ਹੈ ਜਿਹੜਾ ਇਸ ਸਾਲ ਦੇ ਵਿੱਚ ਜੀ। ਅਤੇ ਖਰਚ ਟੋਟਲ ਬਜਟ ਕਿੰਨਾ ਜਿਹਦੇ 'ਤੇ ਐਕਸਪੈਂਡੀਚਰ ਹੋਣਾ, ਖਰਚਾ ਆਉਣਾ, ਉਹ 1,55,000 ਕਰੋੜ ਰੁਪਈਆ। ਅਤੇ ਜਿਹੜਾ ਘਾਟਾ ਵੀ ਹੈ, ਜਿਹੜਾ ਉਹ ਵਿੱਤੀ ਘਾਟਾ, ਉਹ ਕਹਿ ਰਹੇ ਨੇ ਸਾਡਾ ਜਿਹੜਾ ਉਹ ਹੈਗਾ ਜੀ 12,800 ਕੁਛ ਕਰੋੜ ਰੁਪਏ ਦਾ ਜੀ। ਇੱਕ ਤਾਂ ਉਹ ਵੀ ਕਿੱਥੋਂ ਆਏਗਾ? ਨਵਾਂ ਵਿਆਜ 'ਤੇ ਕੁਛ ਲੈ ਕੇ ਆਏਗਾ ਜਾਂ ਕੁਝ ਹੋਰ ਬਣੇਗਾ? ਅਤੇ ਫਿਰ ਵਿੱਤ ਮੰਤਰੀ ਨੇ ਨਾਲ ਇਹ ਕਿਹਾ ਕਿ ਐਤਕੀ ਸਾਨੂੰ ਹੋਰ ਵੀ ਜ਼ਿਆਦਾ ਮਤਲਬ ਤੰਗੀ ਝੱਲਣੀ ਪਏਗੀ, ਕਿਉਂਕਿ 30 ਜੂਨ ਤੱਕ ਇਹ ਆ ਉਹ ਜਿਹੜਾ GST ਦੇ ਵਿੱਚੋਂ ਸਾਨੂੰ ਆਉਂਦਾ ਸੀ ਹਿੱਸਾ, ਕਿ ਇਸ ਲਈ ਜੇਕਰ ਸਾਡਾ ਗਰੋਥ ਘਟਦੀ ਹੈ 14 ਤੋਂ 15,000 ਕਰੋੜ ਰੁਪਈਆ ਸਾਲਾਨਾ ਆਉਂਦਾ ਸੀ, 14 ਤੋਂ 15,000 ਕਰੋੜ ਰੁਪਏ ਦੀ ਉਹ ਕਮੀ ਹੋ ਗਈ ਐਤਕੀ। ਬਿਲਕੁਲ। ਅਤੇ ਜਦੋਂ ਐਡੇ ਇਹ ਸਾਰੇ ਤਾਣੇ ਬਾਣੇ ਦੇ ਵਿੱਚੋਂ ਫਿਰ ਕੋਈ ਨਵਾਂ ਕੀ ਕੀਤਾ ਸੀ, ਮਤਲਬ ਜਿਹਦੇ 'ਚੋਂ ਸਾਨੂੰ ਜ਼ਿਆਦਾ ਪੈਸੇ ਆਉਣਗੇ? ਉਹ ਕੀ ਕੀਤਾ? ਉਹ ਇੱਕ ਗੱਲ ਕੀਤੀ ਕਿ ਇੱਕ MLA ਦੀ ਪੈਨਸ਼ਨ ਜਿਹੜੀ ਹੈ ਇੱਕ ਕਰਨ ਵਾਲਾ ਬਿੱਲ ਲਿਆਵਾਂਗੇ, ਉਹਦੇ 'ਚੋਂ 19 ਕਰੋੜ ਰੁਪਇਆ ਬਚੂਗਾ ਜੀ, ਹੈ ਨਾ। ਅਤੇ 14-15,000 ਕਰੋੜ ਰੁਪਈਏ ਦਾ ਤੁਹਾਨੂੰ ਘਾਟਾ ਇਕੱਲੀ GST ਤੋਂ ਪੈਂਦਾ, ਉਹ 19 ਕਰੋੜ ਹੈ ਨਾ। ਇੱਕ ਚੰਗੀ ਗੱਲ ਹੈ, 19 ਕਰੋੜ ਵੀ ਬਚੇ, ਕਰੋੜ ਇੱਕ ਵੀ ਬਚੇ ਤਾਂ ਵੀ ਚੰਗੀ ਗੱਲ ਹੈ। ਹੋਰ ਕਿੱਥੋਂ ਆਊਗਾ? ਹੋਰ ਹੈ ਜਿਹੜਾ ਆਬਕਾਰੀ ਤੁਹਾਡੇ ਕੋਲ ਇੱਕ ਹੈ ਜੀ, ਐਕਸਾਈਜ਼ ਪਾਲਿਸੀ ਹੈ। ਉਹ ਤੁਸੀਂ ਪਾਲਿਸੀ ਅਪਣਾਈ ਹੈ, ਉਹ ਕੋਈ ਠੇਕੇ ਠੁਕੇ ਦੇ ਲੈਣ ਦੇ ਲਈ ਤਿਆਰ ਨਹੀਂ ਮੈਨੂੰ ਲੱਗਦਾ ਹੁੰਦਾ। ਉਹਦੇ 'ਚੋਂ ਵੀ ਨਹੀਂ ਪਤਾ ਜੇ ਉਹਨੇ ਵੀ ਮਿਲਦੇ ਕਿ 9600 ਕਰੋੜ ਮਿਲੂਗਾ, ਹਜੇ ਉਹਦਾ ਕੋਈ ਪੱਕਾ ਨਹੀਂ ਪਤਾ, ਪਰ ਟਾਰਗੇਟ ਹੈ ਇੱਕ। ਜੇ ਉਹਨੇ ਵੀ ਮਿਲ ਜਾਣ ਤਾਂ ਬਹੁਤ ਜ਼ਿਆਦਾ ਨਹੀਂ ਹੈ ਉਹ ਜਿਹਦੇ 'ਚੋਂ ਆਉਂਦੇ ਨੇ। ਜਾਂ ਬੈਠ ਤੋਂ ਤੇਲ ਦੇ ਤੋਂ ਤੁਹਾਨੂੰ ਆਉਂਦਾ ਜਿੰਨਾ ਕੁ, ਬਸ ਉਹ ਪਰਮਾਨੈਂਟ ਆ ਹੀ ਜਾਣਾ ਜਿੰਨੇ ਕੁ ਲੋਕਾਂ ਨੇ ਉਹ ਕਰਨਾ। ਕੋਈ ਨਵਾਂ ਮਾਲੀਆ ਜਾਂ ਰੇਤੇ ਤੋਂ ਤੁਸੀਂ ਕੋਈ ਇਹੋ ਜਿਹੀ ਪਾਲਿਸੀ ਬਣਾ ਕੇ ਕਿ ਕਿੰਨਾ ਜ਼ਿਆਦਾ ਆ ਰਿਹਾ ਸਾਨੂੰ ਜਾਂ ਆਊਗਾ, ਅੰਦਾਜ਼ਾ ਕੁਝ ਨਹੀਂ ਹੈ ਬਜਟ 'ਚ ਜੀ। ਤੁਹਾਡੇ ਕੋਲ ਮਾਲੀਆ ਤੁਸੀਂ ਜ਼ਿਆਦਾ ਇਕੱਠਾ ਕਿੱਥੋਂ ਕਰੋਗੇ, ਆਏਗਾ ਕਿੱਥੋਂ, ਉਹ ਨਹੀਂ ਕਿਤੇ ਦਿਖਾਈ ਦੇ ਰਿਹਾ। ਜਿਹਦੇ ਕਰਕੇ ਸਭ ਤੋਂ ਬੜਾ ਸੰਕਟ ਇਹੀ ਹੈ ਫਿਰ ਕਿ ਤੁਸੀਂ ਜਿਹੜੇ ਲੋਕਾਂ ਨਾਲ ਵਾਅਦੇ ਕਰਦੇ ਹੋ, ਹਾਲਾਂਕਿ ਇਹ ਇੱਕ ਦਲੀਲ ਦਿੱਤੀ ਜਾ ਸਕਦੀ ਹੈ ਕਿ 5 ਸਾਲ ਦੀ ਸਰਕਾਰ ਹੈ ਉਹ ਕਿਉਂ ਕਰੇ, ਪਰ ਲੋਕ ਤਾਂ ਹੁਣੇ ਤੋਂ ਮੰਗ ਕਰਦੇ ਨੇ ਨਾ ਕਿ 1,000 ਰੁਪਈਆ ਜਿਹੜਾ ਔਰਤਾਂ ਉਡੀਕਦੀਆਂ ਨੇ ਅਤੇ ਉਹ ਕਿੱਥੇ ਹੋ ਗਿਆ ਜੀ। ਅਤੇ ਦੂਜੀ ਗੱਲ ਇਹ ਵੀ ਹੈ ਕਿ ਤੁਸੀਂ ਇੱਕ ਹੋਰ ਨਵਾਂ ਪਹਿਲੂ ਜਿਹੜਾ ਉਹਦੇ 'ਚ ਆਇਆ, ਉਹਨਾਂ ਨੇ ਕੀਤਾ ਕਿ 1 ਜੁਲਾਈ ਤੋਂ ਬਿਜਲੀ ਹੈ ਜਿਹੜੀ ਉਹ ਫ੍ਰੀ ਕਰਾਂਗੇ ਅਸੀਂ 300 ਯੂਨਿਟ ਸਭ ਨੂੰ ਜੀ। ਅੱਜ ਦੀ ਡੇਟ ਤੱਕ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ, ਪਾਵਰਕਾਮ ਦੇ ਕੋਲ ਜਾਂ ਬਿਜਲੀ ਵਿਭਾਗ ਦੇ ਕੋਲ ਕੋਈ ਨੋਟੀਫਿਕੇਸ਼ਨ, ਕੋਈ ਫੈਸਲਾ ਨਹੀਂ ਹੈ ਜੀ। ਐਲਾਨ ਲਗਾਤਾਰ ਚੱਲ ਰਿਹਾ। ਇਹ ਆਪਾਂ ਦਾਅਵਾ ਕਰ ਸਕਦੇ ਹਾਂ ਕਿ ਅੱਜ ਦੀ ਡੇਟ ਤੱਕ ਕੋਈ ਨਹੀਂ ਹੈ।
ਉਹਦਾ ਕਾਰਨ ਤੇ ਫਿਰ ਉਹ ਕਿਹਨੂੰ ਦਿੱਤਾ ਜਾਣਾ, ਉਹਦੀਆਂ ਅਗਲੀਆਂ ਬਰੀਕੀਆਂ ਕੀ ਹੋਣਗੀਆਂ ਜੀ ਜਿਹੜੀਆਂ ਚਰਚਾਵਾਂ ਇਹ ਤੋਂ ਪਹਿਲਾਂ ਚੱਲਦੀਆਂ ਨੇ ਗਵਰਨਮੈਂਟ ਦੇ ਅੰਦਰ। ਉਹ ਚਰਚਾਵਾਂ ਇਹ ਨੇ ਕਿ ਜੇ ਲਗਭਗ 74 ਲੱਖ ਸਾਡੇ ਕੋਲ ਟੋਟਲ ਘਰੇਲੂ ਬਿਜਲੀ ਦਾ ਕਨੈਕਸ਼ਨ ਹੈ, ਜੀ ਉਹਦੇ 'ਚੋਂ ਇਹ ਚੱਲ ਰਹੀਆਂ ਨੇ ਕਿ ਜਿਹਦਾ ਲੋਡ 1 ਕਿਲੋਵਾਟ ਤੋਂ ਵੱਧ ਹੈ ਤੇ ਜੇ ਉਹਦੀ 300 ਯੂਨਿਟ ਤੋਂ ਬਾਅਦ ਜ਼ਿਆਦਾ ਖਪਤ ਹੋ ਗਈ ਫਿਰ ਉਹਨੂੰ ਸਾਰਾ ਇੱਕ ਬਿੱਲ ਭਰਨਾ ਪਊਗਾ, ਜੀ ਤੇ ਨਹੀਂ ਜੇ 300 ਤੱਕ ਰਹਿੰਦਾ ਤਾਂ ਉਹਦਾ ਮਾਫ ਹੈ। ਤੇ ਦੂਜਾ ਇੱਕ ਕੈਟਾਗਰੀ ਇਹ ਬਣਾਈ ਹੈ ਕਿ ਜਿਹਦਾ ਲੋਡ 1 ਕਿਲੋਵਾਟ ਦੇ ਦਾਇਰੇ 'ਚ ਹੈ ਜਾਂ ਉਹ ਇਨਕਮ ਟੈਕਸ ਪੇ ਹੀ ਨਹੀਂ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ, ਉਹਦੇ 'ਚ ਸ਼ੈਡਿਊਲ ਕਾਸਟ, ਬੈਕਵਰਡ ਕਲਾਸਿਜ ਤੇ BPL ਜੀ ਉਹਨਾਂ ਦਾ ਜੇਕਰ ਆ ਜਾਂਦਾ ਹੈ 300 ਯੂਨਿਟ ਤੋਂ ਬਾਅਦ ਉਹਨੂੰ ਫਿਰ ਵੀ 300 ਮਾਫ ਹੋਊਗਾ ਤੇ ਉੱਪਰਲਾ ਭਰਨਾ ਪਊਗਾ। ਜੀ ਇੱਕ ਤਾਂ ਇਹ ਕੈਟਾਗਰੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਪਿਛੋਕੜ ਸੀਗਾ ਉਹਦਾ ਅੰਦਾਜ਼ਾ ਲਾਏ ਤੋਂ ਬਿਨਾਂ ਮਹਾਰਾਜ ਦਾ ਤਾਂ ਇਹ ਕਹਿਣਾ ਕਿ ਜੇਕਰ ਜਿਨ੍ਹਾਂ ਦਾ 200 ਯੂਨਿਟ ਵੀ ਆਉਂਦਾ ਸੀ ਉਹ ਕਿਤੇ 300 ਨੂੰ ਪਾਰ ਕਰਨ ਨਾ ਲੱਗ ਜਾਣ। ਜਿਵੇਂ ਇੱਕ ਅੰਦਾਜ਼ਾ ਹੁੰਦਾ ਨਾ, ਜਿਹੜੀ ਚੀਜ਼ ਮੁਫਤ ਹੁੰਦੀ ਆ ਅਗਲਾ ਕਹਿੰਦਾ ਯਾਰ ਕਰ ਲਓ ਹੁਣ ਤਾਂ ਆਪਾਂ ਕੀ ਲੈਣਾ, ਨਹੀਂ ਉਹ ਬਿੱਲ ਭਰਨਾ ਪੈਂਦਾ ਜੀ ਵੀ ਕਿਤੇ ਉਹ ਜਿਹੜਾ ਇਹਨਾਂ ਨੇ ਅੰਦਾਜ਼ਾ ਲਾਇਆ ਨਾ ਕਿ 4-5-6 ਹਜ਼ਾਰ 'ਚ ਨਿਬੜ ਜੂਗਾ, ਕਿਤੇ ਉਹ 3-4 ਹਜ਼ਾਰ ਕਰੋੜ ਹੋਰ ਨਾ ਵੱਧ ਜੇ, ਉਨੇ 'ਚ ਹੀ ਉਹ ਵਾਧਾ ਕਰਨ ਲੱਗ ਜਾਣ, ਮਤਲਬ ਜਿੰਨਾ ਫੂਕਦੇ ਨੇ ਬਿਜਲੀ। ਹੁਣ ਤੱਕ ਇਹਨਾਂ ਨੇ ਕਿਹਾ ਕਿ 15,800 ਜਿਹੜਾ 60 ਕਰੋੜ ਦੇ ਨੇੜੇ 854 ਕਰੋੜ ਜਿਹੜਾ ਉਹ ਬਿਜਲੀ ਦੀ ਸਬਸਿਡੀ ਹੈ। ਜੀ ਉਹਦੇ 'ਚ ਲਗਭਗ 2300 ਕਰੋੜ ਦੱਸਿਆ ਇਹਦੇ 'ਚ, ਪਰ ਕੁਝ ਲੋਕ ਇਹ ਕਹਿ ਰਹੇ ਨੇ ਕਿ ਇਹ ਬਾਈਟ 'ਚ ਤਾਂ 2300 ਕਰੋੜ ਉਹਦਾ ਰੱਖਿਆ ਵੀ 2.5-3 ਹਜ਼ਾਰ ਕਰੋੜ ਰੁਪਏ ਦੇ ਕਰੀਬ ਉਦਯੋਗਾਂ ਦੀ ਹੈ ਜਿਹੜੀ ਸਬਸਿਡੀ ਦਿੰਦੇ ਨੇ, ਤੇ 6900 ਕੁਛ ਕਰੋੜ 7000 ਕਰੋੜ ਲਾ ਲਓ ਉਹ ਹੈ ਖੇਤੀ ਟਿਊਬਵੈੱਲਾਂ ਦੀ ਬਿਜਲੀ, ਜੀ ਤੇ ਬਾਕੀ ਦੀ ਜਿਹੜੀ ਬਚ ਗਈ ਆ ਡੋਮੈਸਟਿਕ ਜਿਹੜੀ ਹੁਣ ਇਹ ਕਰਨਗੇ। ਇਹ ਸਾਰਾ ਕੁਝ ਸਾਡੇ ਕੋਲ ਹੈ ਤੇ ਉਹ ਪੈਸਾ ਫਿਰ ਕਿੱਥੋਂ ਆਉਣਾ ਹੈ ਜੇਕਰ ਉਹਦਾ ਜਿਹੜਾ ਵੱਧ ਹੈ। ਅੱਛਾ, ਇਹਦੇ 'ਚ ਨਜ਼ਰ ਹੀ ਨਹੀਂ ਆਇਆ, ਮੈਂ ਨਹੀਂ ਕਿਤੇ ਬਜਟ ਭਾਸ਼ਣ ਸੁਣਿਆ ਕਿ ਲਗਭਗ 8-8.5 ਹਜ਼ਾਰ ਕਰੋੜ ਜੋ ਪੁਰਾਣੀ ਪਈ ਹੈ ਬਕਾਇਆ ਸਬਸਿਡੀ ਜੀ ਬਿਜਲੀ ਦੀ, ਪਹਿਲੀ ਨਹੀਂ ਦਿੱਤੀ ਗਈ, ਪਹਿਲੀਆਂ ਸਰਕਾਰਾਂ ਜਿਹੜੀਆਂ ਚੰਨੀ ਹੋਣੀ ਕਈ ਚੀਜ਼ਾਂ ਕਰਕੇ ਚੱਲ ਗਏ, ਉਹ ਦੇਣਗੇ ਜਾਂ ਨਹੀਂ ਦੇਣਗੇ ਅਜੇ ਕਨਫਿਊਜ਼ਨ ਹੈ। ਮੈਂ ਨਹੀਂ ਬਜਟ 'ਚ ਨਹੀਂ ਸੁਣਿਆ, ਜੇ ਹੁੰਦਾ ਤਾਂ ਉਹਨੂੰ ਰੱਖਣਾ ਪੈਣਾ ਸੀ ਫਿਰ, ਜੀ ਬਿਲਕੁਲ, ਤੇ ਉਹ ਰੱਖੀ ਦਿਖੀ ਨਹੀਂ ਕਿਤੇ, ਜਾਂ ਹੋਰ ਡਿਟੇਲ ਡਾਕੂਮੈਂਟ 'ਚ ਕਿਤੇ ਹੋਵੇ ਤਾਂ ਕੋਈ ਪਤਾ ਨਹੀਂ ਹੈ, ਜਾਂ ਦੱਸਣਗੇ। ਇਹਦੀ ਕਲੈਰਿਟੀ ਆ ਬਹਿਸ ਦੇ ਦੌਰਾਨ ਹੋਣੀ ਚਾਹੀਦੀ ਹੈ ਜਦੋਂ ਬਜਟ 'ਤੇ ਬਹਿਸ ਹੋਏਗੀ। ਜੀ ਤੇ ਉਦੋਂ ਅਗਲੀ ਗੱਲ ਇੱਕ ਹੋਰ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਮਤਲਬ ਖੇਤੀ ਦਾ ਕੁਐਸਚਨ ਹੈ। ਖੇਤੀ ਲਈ ਕੁਝ ਚੀਜ਼ਾਂ ਜਿਵੇਂ ਉਹਨਾਂ ਨੇ ਪੁਰਾਣੀਆਂ ਉਹ ਕਹਿੰਦੇ ਸੀ ਮੂੰਗੀ ਦੀ ਖਰੀਦ ਕਰਨ ਦੀ ਗੱਲ ਕੀਤੀ, ਉਹ ਤਾਂ ਖਰੀਦ ਕਰਨਾ ਵੇਚਣੀ ਵੀ ਆ, ਉਹਦੇ ਤੋਂ ਤਾਂ ਜ਼ਿਆਦਾ ਜਾਣ ਦੀ ਕੋਈ ਗੱਲ ਨਹੀਂ ਹੈ। ਔਰ ਹਾਲਾਂਕਿ ਮੂੰਗੀ ਵੀ ਵਿਕ ਨਹੀਂ ਰਹੀ, ਲੋਕ ਬਹੁਤ ਔਖਾ ਪ੍ਰੋਟੈਸਟ ਕਰ ਰਹੇ ਨੇ ਰੋਜ਼। ਇੱਕ ਇਹ ਹੈ ਕਿ ਦੇਖੋ ਅਸੀਂ ਪਾਣੀ ਬਚਾਉਣ ਲਈ ਲੋਕਾਂ ਨੂੰ ਕਿਹਾ ਸਿੱਧੀ ਬਿਜਾਈ ਜੇ ਉਹ ਇੱਕ ਚੰਗਾ ਮਤਲਬ ਕਹਿਣਾ ਇੱਕ ਚੰਗੀ ਗੱਲ ਹੈ, ਪਰ ਕਿੰਨੇ ਅਪਣਾਇਆ ਕਿਹਾ ਜਾ ਰਿਹਾ ਕਿ ਉਹ ਬਹੁਤੀ ਟਾਰਗੇਟ ਸਫਲ ਨਹੀਂ ਹੋਇਆ। ਉਦੋਂ ਵੱਡਾ ਜਿਹੜਾ ਸਵਾਲ ਹੈ ਕਿਸਾਨੀ ਦੇ ਸਾਹਮਣੇ ਖੜਾ, ਕੀ ਅਸੀਂ ਪਾਲਿਸੀ ਲੈਵਲ 'ਤੇ ਬਨਸਬਨਤਾ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਫਸਲੀ ਬਨਸਬਨਤਾ ਨੂੰ ਕੋਈ ਵੱਡੀ ਪਾਲਿਸੀ ਤਬਦੀਲੀ ਕਰ ਸਕਦੇ ਸੀ? ਜੇ ਕਰ ਸਕਦੇ ਸੀ ਤਾਂ ਕਿਉਂ ਨਹੀਂ ਹੋਈ? ਦੂਜੀ ਗੱਲ ਇਹ ਹੈ ਕਿ ਜਿਹੜਾ ਕਿਸਾਨ ਤੁਸੀਂ ਕਿਹਾ ਸੀਗਾ ਕਿ ਹਜੇ ਖੜ੍ਹ ਜਾਓ ਜਲਦੀ, ਅਸੀਂ ਜਿਹੜਾ ਖੁਦਕੁਸ਼ੀਆਂ ਨਾ ਕਰੋ, ਕਿਸਾਨ ਜਾਂ ਮਜ਼ਦੂਰ ਜੀ ਜਿਹੜੇ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਨੇ ਕਰਜ਼ੇ ਦੇ ਬੋਝ ਕਾਰਨ, ਨਾ ਕਰਜ਼ੇ ਬਾਰੇ ਕੋਈ ਗੱਲ ਹੈ ਇਸ ਪੂਰੇ ਬਜਟ ਦੇ ਵਿੱਚ, ਨਾ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਕੋਈ ਰਾਹਤ ਦੀ ਗੱਲ ਹੈ। ਜੀ ਕਈ ਵਾਰ ਹੁੰਦਾ ਕਿ ਜਿਹੜੀ ਪਾਲਿਸੀ ਆਲਰੇਡੀ ਬਣੀ ਹੋਈ ਹੈ, ਤੁਸੀਂ ਸਾਰੀਆਂ ਯੂਨੀਵਰਸਿਟੀਆਂ ਤੋਂ ਇੱਕ ਸਰਵੇਖਣ ਕਰਾਇਆ ਹੋਇਆ, ਉਹ ਤੋਂ ਬਾਅਦ ਇੱਕ ਪਾਲਿਸੀ ਬਣਾਈ ਹੋਈ ਹੈ ਕਿ 3 ਲੱਖ ਰੁਪਇਆ ਦੇਵਾਂਗੇ ਜਾਂ ਬਾਕੀ ਦੀਆਂ ਚੀਜ਼ਾਂ ਦੇਵਾਂਗੇ ਜਾਂ ਬਾਕੀ ਹੋਰ ਸਾਰਾ, ਉਹ ਗੱਲ ਬਾਰੇ ਬਜਟ ਦੇ ਵਿੱਚ ਕੁਛ ਮਤਲਬ ਕਿਹਾ ਨਹੀਂ ਗਿਆ ਕਿਸੇ ਵੀ ਲੈਵਲ ਦਾ। ਹਾਂ, ਕੁਝ ਗੱਲਾਂ ਕਈਆਂ ਗਈਆਂ ਨੇ ਜਿਹੜੀਆਂ ਪੋਜ਼ੀਟਿਵ ਗੱਲਾਂ ਲੱਗਦੀਆਂ ਨੇ ਮੁਕਾਬਲਤਨ। ਇੱਕ ਤਾਂ ਪੰਜਾਬੀ ਯੂਨੀਵਰਸਿਟੀ ਨੂੰ 200 ਕਰੋੜ ਦੇਣਾ, ਜੀ ਤੇ ਉਹ ਚੰਗੀ ਗੱਲ ਹੈ। ਘੱਟੋ ਘੱਟ ਮਰ ਰਹੀ ਯੂਨੀਵਰਸਿਟੀ ਘਾਟੇ 'ਚ ਪੈਂਦੀ ਹੈ, ਪਰ ਉਹਦੀ ਵੀ ਇੱਕ ਪਾਲਿਸੀ ਬਣਾਉਣ ਦਾ ਕੁਐਸਚਨ ਹੁੰਦਾ। ਇਕੱਲੀ ਪੰਜਾਬੀ ਯੂਨੀਵਰਸਿਟੀ ਨਹੀਂ ਘਾਟੇ ਵਾਧੇ ਦਾ ਨਹੀਂ, ਪੂਰਾ ਓਵਰਆਲ ਯੂਨੀਵਰਸਿਟੀ ਜਿਹੜੀਆਂ ਸਰਕਾਰੀ ਨੇ ਉਹਦਾ ਇੱਕ ਸਿਸਟਮ ਬਣਾ ਲਓ, ਉਹਦੀ ਇੱਕ ਗ੍ਰਾਂਟ ਦਾ ਰੈਗੂਲਰ ਸਿਸਟਮ ਜਾਂਦਾ ਰਹੇ ਤਾਂ ਕਿ ਇੱਕ ਬਾਰ-ਬਾਰ ਨਾ ਰੌਲਾ ਪਵੇ। ਹੁਣ ਤਾਂ ਬਹੁਤ ਰੌਲਾ ਪੈ ਗਿਆ ਤਾਂ ਇੱਕ ਵਾਰ ਦੇਤਾ, ਅੱਗੇ ਨੂੰ ਕੰਟੀਨਿਊ ਰਹੂਗਾ ਜਾਂ ਨਹੀਂ, ਇਹ ਵੀ ਇੱਕ ਕੁਐਸਚਨ ਹੁੰਦਾ। ਔਰ ਉਹਦੇ ਨਾਲ ਦੀ ਨਾਲ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਐਜੂਕੇਸ਼ਨ 'ਤੇ ਫੋਕਸ ਕੀਤਾ ਹੈ, ਜੀ ਔਰ ਐਜੂਕੇਸ਼ਨ 'ਤੇ ਵੀ ਸਭ ਤੋਂ ਜ਼ਿਆਦਾ ਤਕਨੀਕੀ ਐਜੂਕੇਸ਼ਨ 'ਤੇ, ਜਿਹ 'ਚ 47% ਕਹਿੰਦੇ ਨੇ ਅਸੀਂ ਵਧਾ ਰਹੇ ਹਾਂ ਜਾਂ ਬਾਕੀ ਦੀਆਂ ਚੀਜ਼ਾਂ ਨੇ। ਉਹ ਸਿੱਖਿਆ ਦੇ ਜਿਹੜੇ ਮਾਮਲੇ ਦੇ ਵਿੱਚ ਟੋਟਲੀ ਹਜੇ ਤੱਕ ਕਾਲਜਾਂ ਦੇ ਜਿਹੜੇ ਹਾਇਰ ਐਜੂਕੇਸ਼ਨ ਦੇ ਵਿੱਚ ਟੀਚਰਾਂ ਨੂੰ ਭਰਨ ਦੇ ਵਾਸਤੇ ਜਾਂ ਬਾਕੀ ਦਾ ਕੋਈ ਬਹੁਤ ਜ਼ਿਆਦਾ ਵੱਡਾ ਪ੍ਰਪੋਜ਼ਲ ਜਾਂ ਉਹਦੇ ਲਈ ਕੋਈ ਪੈਸੇ ਰੱਖੇ ਹੋਣ ਅਜੇ ਦਿਖਾਈ ਨਹੀਂ ਦਿੰਦਾ। ਜੋ ਕੋਰਟ 'ਚ ਪਿਆ ਬਾਅਦ ਦੇ ਵਿੱਚ ਥੋੜ੍ਹੇ ਬਹੁਤ ਟੀਚਰ ਇਹ ਭਰ ਕੇ ਜਾਣ ਲੱਗੇ ਸੀ, ਉਹ ਬੈਨ ਲੱਗਿਆ ਪਿਆ ਉਹਦੇ 'ਤੇ। ਜੀ ਔਰ ਇਸ ਸਾਰੇ ਮਾਮਲੇ 'ਚ ਉਹਨਾਂ ਨੇ ਇੱਕ ਤਾਂ ਮੰਨਿਆ ਕਿ ਅਸੀਂ 19,000 ਸਕੂਲਾਂ ਨੂੰ ਉਹ ਜਿਹਾ ਬਣਾਵਾਂਗੇ, ਪਰ ਉਹਨਾਂ ਨੂੰ ਫਿਗਰ ਦੇ ਤੌਰ 'ਤੇ ਲਗਭਗ 3,000 ਸਕੂਲ ਮੈਂ ਸੁਣ ਰਿਹਾ ਸੀ ਸ਼ਹਿਰ ਅਤੇ ਪਿੰਡਾਂ ਦਾ, ਜਿਹਦੇ ਕੋਲ ਉਹ 4 ਦੀਵਾਰੀ ਦੁਆਰਾ ਕਰਨ ਵਾਲੀ ਹੈ ਜਾਂ ਠੀਕ ਨਹੀਂ ਹੈ, ਬਾਕੀ ਦੇ ਦਾ ਮਤਲਬ 4 ਦੀਵਾਰੀਆਂ ਜਾਂ ਬਾਕੀ ਚੀਜ਼ਾਂ ਹੋਈਆਂ ਨੇ। ਜੀ ਤੇ
ਉਹ ਕਰਾਂਗੇ। ਇਹਦੇ ਸਭ ਤੋਂ ਵੱਡਾ ਕੁਐਸਚਨ ਇਹ ਆਉਂਦਾ ਹੈ, ਇਹ ਸਾਲ ਦਾ ਬਜਟ ਐਜੂਕੇਸ਼ਨ ਬਾਰੇ ਨਹੀਂ ਡਿਸਕਸ ਕਰ ਰਿਹਾ, ਉਹ 25 ਸਾਲ ਕਰ ਰਿਹਾ ਨਰਿੰਦਰ ਮੋਦੀ ਦੀ ਤਰ੍ਹਾਂ। ਉਹ ਕਹਿੰਦਾ ਜਦੋਂ 100ਵਾਂ ਆਜ਼ਾਦੀ ਦਾ ਦਿਹਾੜਾ ਅਸੀਂ ਮਨਾਵਾਂਗੇ 2047 'ਚ, ਜੀ 2047 'ਚ ਅਸੀਂ ਐਜੂਕੇਸ਼ਨ ਦੇ ਤੌਰ 'ਤੇ ਸਾਰੇ ਭਾਰਤ ਦੇ ਨਾਲੋਂ ਅੱਗੇ ਵੱਧ ਜਾਵਾਂਗੇ ਉਸ ਪੱਧਰ ਦੇ ਉੱਤੇ। ਔਰ ਉਹ ਅੱਗੇ ਹੁਣ ਕਦੋਂ ਵੱਧ ਜਾਣਗੇ? 25 ਸਾਲ ਤਾਂ ਤੁਹਾਡਾ ਰਾਜ ਰਹਿਣਾ ਨਹੀਂ ਰਹਿਣਾ, ਕੱਲ੍ਹ ਹੀ ਹਾਰ ਗਏ ਅਜੇ, ਬਾਕੀ ਦੇ 'ਚ ਪਤਾ ਨਹੀਂ ਹੁੰਦਾ। ਜਿਵੇਂ ਸੁਖਬੀਰ ਬਾਦਲ ਨੇ ਵੀ 25 ਸਾਲ ਦਾ ਠੱਡਾ ਲਾਇਆ ਸੀਗਾ। ਅਜੇ ਤੁਸੀਂ ਆਪਦੇ ਸਟੈਪ ਕਹਿੰਦੇ ਹੋ ਵੀ ਅਸੀਂ ਆਹ 1 ਸਾਲ 'ਚ ਆਹ ਕਰ ਦਾਂਗੇ, 5 ਸਾਲ 'ਚ ਸਾਡਾ ਆਏ ਟਾਰਗੇਟ, ਉਹ ਜੇ ਦਿੰਦੇ ਹੋ ਤਾਂ ਉਹ ਜ਼ਿਆਦਾ ਬਿਹਤਰ ਹੁੰਦਾ, ਕਿਉਂਕਿ ਉਹ ਤੁਸੀਂ ਕਰਨਾ ਹੁੰਦਾ ਤੁਹਾਡੇ ਅਚੀਵਮੈਂਟ 'ਚ ਹੁੰਦਾ। ਹੈਲਥ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਉਹ 75 ਖੋਲਾਂਗੇ, 75 ਸਾਲਾ ਹੋ ਜਾਏਗਾ ਅਗਸਤ ਨੂੰ ਬਿਲਕੁਲ ਜਿਹੜੇ ਕਲੀਨਿਕ ਨੇ। ਪਰ ਹੈਲਥ ਡਿਪਾਰਟਮੈਂਟ ਵਾਲੇ ਐਕਸਪਰਟਸ ਤੋਂ ਵੀ ਤਾਂ ਪੁੱਛਿਆ ਜਾਣਾ ਚਾਹੀਦਾ ਮੇਰਾ ਖਿਆਲ ਹੈ, ਇਕੱਲਾ ਦਿੱਲੀ ਮਾਡਲ ਦਾ ਮਤਲਬ ਨਹੀਂ। ਉਹ ਕਹਿੰਦੇ ਸਾਡੇ ਕੋਲ ਕਿੰਨੀਆਂ ਹੀ ਜਿਹੜੀਆਂ ਡਿਸਪੈਂਸਰੀਆਂ ਪਈਆਂ ਨੇ ਜੀ, ਪਿੰਡਾਂ ਦੇ ਵਿੱਚ ਵੀ, ਬਾਕੀ ਡਿਸਪੈਂਸਰੀ ਸਿਸਟਮ ਆਲਰੇਡੀ ਅਵੇਲੇਬਲ ਹੈ, ਉਹਦੇ 'ਚ ਦਵਾਈਆਂ ਅਤੇ ਡਾਕਟਰ ਅਤੇ ਹੋਰ ਸਟਾਫ ਦੀ ਕੁਐਸਚਨ ਹੈ। ਉਹ ਕਰ ਦਿਓ ਅਤੇ ਆਪੀ ਉਹ ਜੋ ਜ਼ਰੂਰੀ ਆ ਮੁਹੱਲੇ 'ਚ ਨਵਾਂ ਇੱਕ ਖੋਖਾ ਰੱਖਣਾ ਕਿਤੇ ਜਾ ਕੇ, ਜਾਂ ਉਸ ਗੱਲ ਦੇ ਵਿੱਚ। ਹਾਂ, ਇੱਕ ਗੱਲ ਹੋਰ ਪੋਜ਼ੀਟਿਵ ਕੀਤੀ ਹੈ, ਜਿਹੜੀਆਂ ਸੇਵਾਵਾਂ ਨੇ, ਜਿਹੜਾ ਸਾਂਝ ਕੇਂਦਰਾਂ ਤੇ ਸੇਵਾ ਕੇਂਦਰਾਂ ਰਾਹੀਂ ਉਹਨਾਂ ਨੇ ਕਹਿੰਦੇ ਨੇ 100 ਹੋਰ ਜੋੜਤੀ, 432 ਜਾਂ ਕਿੰਨੀਆਂ ਬਣ ਗਈਆਂ ਨੇ ਜੀ। ਜੇ ਉਹਦੇ ਰਾਹੀਂ ਲੋਕਾਂ ਨੂੰ ਉਹ ਮਿਲਦੀਆਂ ਨੇ ਠੀਕ ਤਰੀਕੇ ਦੇ ਨਾਲ, ਤਾਂ ਉਹਦੇ ਨਾਲ ਲੋਕ ਸੌਖੇ ਹੋ ਜਾਂਦੇ ਨੇ ਉਨੇ ਕੁ ਨਾਲ। ਚਲੋ ਘੱਟੋ ਘੱਟ ਉਹ ਸੇਵਾਵਾਂ ਉਹਨਾਂ ਦੇ ਨੇੜੇ ਔਰ ਟਾਈਮ ਬਾਉਂਡ ਪੀਰੀਅਡ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲਣ। ਅਤੇ ਉਦੋਂ ਵੱਡਾ ਇੱਕ ਗੱਲ ਕੀਤੀ ਹੈ ਕਿ ਜਿਹੜਾ ਸਿਹਤ ਦਾ ਖੇਤਰ ਹੈ ਜੀ, ਕਿ ਅਸੀਂ ਸਿਹਤ ਦੇ ਵਿੱਚ ਕੁਝ ਕਰਾਂਗੇ। ਸਿਹਤ ਦੇ ਵਿੱਚ ਸਭ ਤੋਂ ਬੜੀ ਗੱਲ ਜਿਹੜੀ ਕੀਤੀ ਗਈ ਮੈਨੂੰ ਲੱਗਦਾ ਉਹ ਕੀਤੀ ਗਈ ਹੈ ਕਿ ਅਸੀਂ ਮੈਡੀਕਲ ਕਾਲਜ ਖੋਲਾਂਗੇ 16। ਜੀ, ਹੁਣ ਉਹ 16 ਮੈਡੀਕਲ ਕਾਲਜ ਐਸੇ ਸਾਲ 'ਚ ਕਿਹਾ ਜਾਂ 5 ਸਾਲ 'ਚ ਕਿਹਾ, ਇਹ ਅਜੇ ਦੇਖਣਾ ਹੈ। ਪਰ ਜੇ 16 ਖੋਲ੍ਹਣਾ ਬਹੁਤ ਇੰਪੋਰਟੈਂਟ ਗੱਲ ਹੈ। ਪਰ ਉਹ ਇੰਪੋਰਟੈਂਟ ਗੱਲ ਦੇ ਨਾਲ ਵੀ ਜੁੜੀ ਹੋਈ ਗੱਲ ਇਹ ਹੈ ਕਿ ਕੀ ਉਹ ਸਰਕਾਰੀ ਖੇਤਰ ਦੇ ਹੋਣਗੇ ਜਾਂ ਪ੍ਰਾਈਵੇਟ ਖੇਤਰ ਦੇ ਹੋਣਗੇ। ਜੀ, ਜੇ ਉਹ ਫੋਰਟਿਸ ਵਰਗੇ, ਅਪੋਲੋ ਵਰਗੇ, ਮੈਕਸ ਵਰਗੇ ਜਿਹੜੇ ਲੋਕਾਂ ਦੀ ਛਿੱਲ ਲਾਉਂਦੇ ਨੇ, ਜਿਹੜੇ ਮੁਨਾਫੇ ਲਈ ਆਉਂਦੇ ਨੇ ਕਾਰਪੋਰੇਟ ਦੇ ਤੌਰ 'ਤੇ, ਤੁਸੀਂ ਉਹਨਾਂ ਨੂੰ ਸਸਤੀਆਂ ਜ਼ਮੀਨਾਂ ਦੇ ਕੇ ਅਤੇ ਐਡੇ ਐਡੇ ਹਸਪਤਾਲ ਬਣਾ ਦਿਓਗੇ ਜਿਹੜੇ ਪੰਜਾਬ ਦੀ 70-80% ਆਬਾਦੀ ਉਹਦੇ ਲਾਇਕ ਹੀ ਨਹੀਂ ਹੈ, ਉਹਦੀ ਜੇਬ 'ਚ ਉਨੇ ਪੈਸੇ ਹੀ ਨਹੀਂ ਹੈ ਕਿ ਉੱਥੇ ਇਲਾਜ ਕਰਾ ਲੇ, ਫਿਰ ਤਾਂ ਕੀ ਕਰ ਰਹੇ ਹੋ? ਜੀ, ਔਰ ਜੇ ਮੈਡੀਕਲ ਕਾਲਜ ਪਬਲਿਕ ਸੈਕਟਰ 'ਚ ਖੋਲ੍ਹ ਰਹੇ ਹੋ ਆਪਦੇ, ਫਿਰ ਠੀਕ ਹੈ। ਫਿਰ ਪੁਰਾਣਿਆਂ ਨੂੰ ਵੀ ਥੋੜ੍ਹਾ ਮਜ਼ਬੂਤ ਕਰੋ ਅਤੇ ਨਵੇਂ ਸਿਸਟਮ ਦੇ ਵਿੱਚ ਵੀ ਕੁਝ ਨਾ ਕੁਝ ਹੋਵੇ, ਤਾਂ ਉਹਨੂੰ ਵੈਲਕਮ ਔਰ ਜੀ ਆਇਆਂ ਨੂੰ ਕਿਹਾ ਜਾ ਸਕਦਾ ਕਿ ਬਹੁਤ ਚੰਗਾ ਕੰਮ ਹੈ ਅਤੇ ਤੁਸੀਂ ਜੇ ਇਨਵੈਸਟ ਕਰੋਗੇ ਤਾਂ ਲੋਕਾਂ ਨੂੰ ਚਲੋ ਸੁਵਿਧਾ ਮਿਲੇਗੀ, ਲੋਕਾਂ ਨੂੰ ਚੰਗੀ ਕੁਆਲਿਟੀ ਸਿਹਤ ਦੇ ਤੌਰ 'ਤੇ ਗੱਲ ਉਹ ਹੋ ਜਾਏਗੀ। ਇਹ ਸਾਰੀਆਂ ਜਿਹੜੇ ਕੁਝ ਮੇਨ ਫੈਕਟਰ ਸਾਡੇ ਕੋਲ ਨੇ। ਬਾਕੀ ਹੈ ਸੋਸ਼ਲ ਸਿਕਿਉਰਿਟੀ ਨੈਟਵਰਕ ਦਾ। ਜੀ, ਉਹ ਸੋਸ਼ਲ ਸਿਕਿਉਰਿਟੀ ਨੈਟਵਰਕ ਦੇ ਵਿੱਚ ਵਿਧਵਾ ਬੁਢਾਪਾ ਪੈਨਸ਼ਨਾਂ ਜਾਂ ਬੇਸਹਾਰਾ ਮਿਲਦੀਆਂ ਨੇ, ਉਹ ਵੀ ਉਨੀ ਹੋ ਹੈ। ਉਹਦੇ 'ਚ ਕੋਈ ਵਾਧੇ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਜਿਵੇਂ ਹਰਿਆਣੇ ਨੇ ਹੁਣ 2500 ਕਰਤਾ ਸਾਰੇ ਕਿਤੇ ਨਾ, ਸਾਡੇ ਪੁਰਾਣਾ ਅਮਰਿੰਦਰ ਸਿੰਘ ਹੁਣੀ ਜਾਂਦੇ ਜਾਂਦੇ ਜਦੋਂ 1500 ਕਰਕੇ ਗਏ ਨੇ, ਸ਼ੁਰੂ ਹੋਈ ਹੈ। ਔਰ ਇਸੇ ਸਾਰੇ ਸੈਟਅਪ ਦੇ ਵਿੱਚ ਫਿਰ ਇੱਕ ਬੜਾ ਨੈਟਵਰਕ, ਉਹ 28 ਲੱਖ ਪਰ ਬੰਦਾ ਹੈ ਮਤਲਬ ਜਿਹਨੂੰ ਮਿਲਣਾ ਹੁੰਦਾ ਹੈ। ਔਰ ਇਸੇ ਢੰਗ ਨਾਲ ਮਜ਼ਦੂਰਾਂ ਦਾ ਜਿਹੜਾ ਕੁਐਸਚਨ ਹੈ, ਮਜ਼ਦੂਰ ਵੀ ਆਪਦੀ ਆਵਾਜ਼ ਉਠਾਉਂਦੇ ਨੇ ਕਈ ਮਾਮਲਿਆਂ ਦੇ ਵਿੱਚ। ਉਹ ਜਿਵੇਂ ਇਹ ਕਹਿ ਰਹੇ ਨੇ ਵੀ ਕਈ ਵਾਰ ਤੁਸੀਂ ਕਿਸਾਨਾਂ ਨੂੰ ਤਾਂ ਫਿਰ ਵੀ ਕੁਝ ਨਾ ਕੁਝ ਮੁਆਵਜ਼ਾ ਦੇ ਦਿੰਦੇ ਹੋ। ਮੰਨ ਲਓ ਤੁਸੀਂ ਕਹਿੰਦੇ ਆ ਕਿ ਝੋਨੇ ਦੀ ਸਿੱਧੀ ਬਿਜਾਈ ਕਰੋ, ਸਿੱਧੀ ਬਿਜਾਈ 'ਚ ਤੁਸੀਂ ਇਹ ਕਹਿਤਾ ਕਿ 1500 ਰੁਪਈਆ ਏਕੜ ਦੇ ਦਾਂਗੇ, ਔਰ ਉਹ ਸਿੱਧੀ ਬਿਜਾਈ ਕਰਕੇ ਜਿਹੜੇ ਮਜ਼ਦੂਰਾਂ ਦੀ ਦਿਹਾੜੀ ਚਲੀ ਗਈ ਜਿਹਨੂੰ ਉੱਥੇ ਮਿਲਣੀ ਸੀ, ਉਹ ਕਹਿੰਦਾ ਮੈਂ ਵਿਹਲਾ ਹੋ ਗਿਆ ਅਤੇ ਮੇਰੇ ਲਈ ਕੁਝ ਨਹੀਂ ਹੈ। ਬਿਲਕੁਲ, ਮੇਰੇ ਲਈ ਜਾਂ ਕੰਮ ਹੋਵੇ ਕਿਤੇ ਜਾਂ ਮੈਨੂੰ ਕੰਪਨਸੇਸ਼ਨ ਦਿੱਤਾ ਜਾਏ। ਇਹਨਾਂ ਗੱਲਾਂ 'ਤੇ ਮੇਰਾ ਨਹੀਂ ਖਿਆਲ ਸੋਚਿਆ ਗਿਆ ਹੈ ਕੋਈ ਬਹੁਤ ਜ਼ਿਆਦਾ ਬਜਟ 'ਤੇ, ਉਸ ਟਰਮਜ਼ ਦੇ ਵਿੱਚ, ਰੁਜ਼ਗਾਰ ਦੀ ਟਰਮਜ਼ ਦੇ ਵਿੱਚ ਬਹੁਤ ਜ਼ਿਆਦਾ ਕਿ ਇੰਪਲਾਇਮੈਂਟ ਕਿੱਥੋਂ ਜਨਰੇਟ। ਹਾਂ, ਇਹ ਜ਼ਰੂਰ ਕਿਹਾ ਗਿਆ ਸੀ ਉਹ ਪੁਰਾਣੇ ਜਿਹੜੇ 36000 ਬੰਦਾ ਰੱਖ ਲਿਆ ਅਤੇ ਬਾਕੀ ਬੰਦੇ ਰੈਗੂਲਰ ਕਰਾਂਗੇ, ਉਹਦੇ ਲਈ ਪੈਸੇ ਰੱਖੇ ਨੇ। ਉਹ ਜ਼ਰੂਰ ਹੈ, ਜੇ ਲਾਗੇ ਜਾਂ ਰੈਗੂਲਰ ਹੋ ਗਏ ਅਤੇ ਕੁਝ ਭਰਤੀ ਹੋਏ ਕੁਝ ਰੈਗੂਲਰ, ਉਹ ਕਿੰਨੇ ਹੋਣਗੇ, ਕਿੰਨਾ ਚਿਰ ਲੱਗੂਗਾ, ਇਹ ਉਦੋਂ ਬਾਅਦ ਦਾ ਪ੍ਰੋਸੈਸ ਹੈ। ਔਰ ਇਹ ਇੱਕ ਲਵੋ ਲੁਭਾਵ ਮੈਨੂੰ ਲੱਗਦਾ ਟੋਟਲ ਲੱਗਦਾ ਕਿ ਕਈ ਵਾਰ ਚਾਹਤ ਹੁੰਦੀ ਹੈ ਚੰਗਾ ਕਰਨ ਦੀ, ਪਰ ਜੇ ਤੁਹਾਡੇ ਕੋਲ ਵਸੀਲੇ ਨਾ ਹੋਣ, ਰੈਵਨਿਊ ਨਾ ਕਿਤੋਂ ਆ ਸਕੇ। ਹਾਂ, ਇੱਕ ਹੋਰ ਗੱਲ ਚੰਗੀ ਕੀਤੀ ਹੈ, ਚਾਹੇ ਉਹ ਉਹਨਾਂ ਦੀ ਉਹ ਦਿੱਲੀ ਦੀ ਨਕਲ ਕਿਤੇ ਕਿਤੇ ਤਾਂ ਮਾਰਨੀ ਹੋ ਸੀ, ਬਾਕੀ ਜਗ੍ਹਾ ਚਾਹੇ ਨਹੀਂ ਵੱਜੀ। ਉਹ ਕਿਹੜੇ ਫਰਿਸ਼ਤੇ ਕਿਹਾ ਵੀ ਸੜਕਾਂ ਦੇ ਉੱਤੇ ਉਹਨਾਂ ਨੇ ਇੱਕ ਸਕੀਮ ਦਾ ਨਾਂ ਰੱਖਿਆ ਵੀ ਸੜਕ 'ਤੇ ਜੇਕਰ ਐਕਸੀਡੈਂਟ ਹੋ ਜਾਂਦਾ ਹੈ ਤਾਂ ਅਸੀਂ ਜਿਹੜਾ ਬੰਦਾ ਲੈ ਕੇ ਜਾਏਗਾ ਚੱਕ ਕੇ ਤਾਂ ਉਹਨੂੰ ਅਸੀਂ ਸਨਮਾਨਿਤ ਕਰਾਂਗੇ। ਠੀਕ ਗੱਲ ਹੈ, ਮੋਟੀਵੇਟ ਕਰਨਾ ਚਾਹੀਦਾ ਕਿਉਂਕਿ ਬਹੁਤ ਲੋਕ ਸੜਕ ਤੋਂ ਚੱਕਦੇ ਨਹੀਂ ਹੈ ਜਾਂ ਨਾ ਚੱਕਣ ਦੇ ਕਾਰਨ ਵੀ ਡੈਥ ਹੋ ਜਾਂਦੀਆਂ ਨੇ। ਉਹ ਪੋਜ਼ੀਟਿਵ ਸਵਾਲ। ਕੁਝ ਸਵਾਲ ਗਵਰਨੈਂਸ ਦੇ ਛੋਟੇ ਛੋਟੇ ਹੈਗੇ ਨੇ, ਉਹ ਪੋਜ਼ੀਟਿਵ ਸਵਾਲ ਨੇ, ਪਰ ਜਿਹੜੇ ਆਰਥਿਕਤਾ ਨੂੰ ਉਭਾਰਨਾ ਦੇ ਜਿਹੜੀ ਗੱਲ ਹੈ ਉਹ ਵੱਡੀ ਦਿਸ਼ਾ ਨਹੀਂ ਹਜੇ ਤੱਕ ਨਜ਼ਰ ਆ ਰਹੀ। ਜੀ,
ਹਮੀਰ ਜੀ, ਜਿਵੇਂ ਕਿ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਪ੍ਰਚਾਰ ਰਹੀ ਸੀ ਵੀ ਕਿ ਸਾਡੇ ਬਜਟ 'ਚ ਸਿੱਖਿਆ ਤੇ ਸਿਹਤ ਨੂੰ ਜਿਹੜਾ ਮੁੱਖ ਤੌਰ ਤੇ ਤਰਜੀਹ ਦਿੱਤੀ ਜਾਵੇਗੀ, ਤੇ ਅਸੀਂ ਜਾਣਨਾ ਚਾਹਾਂਗੇ ਜਿੰਨਾ ਕੁ ਇਹਨਾਂ ਨੇ ਬਜਟ ਦੇ ਵਿੱਚ ਚਾਹੇ ਸਿੱਖਿਆ ਲਈ ਸਿਹਤ ਲਈ ਰੱਖਿਆ, ਕਿ ਉਹਦੇ ਨਾਲ ਦੋਵਾਂ ਚੀਜ਼ਾਂ 'ਚ ਸੁਧਾਰ ਹੋ ਸਕੇਗਾ। ਇਸ ਦੇ ਨਾਲ ਹੀ ਗੱਲ ਕਰੀਏ ਕਿਸਾਨੀ ਦੀ, ਇਹਨਾਂ ਨੇ ਕਿਹਾ ਸੀ ਅਸੀਂ ਕਿਸਾਨਾਂ ਨੂੰ ਖੁਦਕੁਸ਼ੀਆਂ ਨਹੀਂ ਕਰਨ ਦੇਵਾਂਗੇ। ਕਿ ਜਿਹੜਾ ਹੈਗਾ ਇਸ ਬਜਟ ਤੋਂ ਬਾਅਦ ਕਿਸਾਨਾਂ ਦੀ ਖੁਦਕੁਸ਼ੀਆਂ ਪੰਜਾਬ 'ਚ ਰੁਕ ਸਕਣਗੀਆਂ? ਜਿਹੜਾ ਸਿੱਖਿਆ ਸਿਹਤ 'ਤੇ ਆਪਾਂ ਗੱਲ ਕੀਤੀ ਹੈ ਕਿ ਜਿੰਨਾ ਕੁ ਰੱਖਿਆ ਗਿਆ ਬਜਟ ਬਹੁਤ ਥੋੜਾ ਹੁੰਦਾ, ਕਿਉਂਕਿ ਉਹਨੂੰ ਤੁਸੀਂ ਵਧਾਤਾ 16% ਕਹਿ ਰਹੇ ਹੋ ਸਿੱਖਿਆ 'ਤੇ ਵਧਾਇਆ ਜੀ। ਪਰ ਉਹ 'ਚ ਕਿੰਨੇ ਤਨਖਾਹਾਂ ਦਾ ਬਜਟ ਹੈ? ਤਨਖਾਹਾਂ ਦਾ ਬਜਟ ਹੀ ਹੈ ਕਿ ਜਾਂ ਉਹਦੇ ਤੋਂ ਬਿਨਾਂ ਬਚਦਾ ਕੁਛ? ਬਿਲਕੁਲ। ਉਹਦੇ ਤੋਂ ਬਚਦਾ ਹੋਊਗਾ ਜਿਹੜਾ ਮਾੜਾ ਮੋਟਾ ਸਰਵ ਸਿੱਖਿਆ ਅਭਿਆਨ ਤੇ ਬਾਕੀ ਆ ਅਭਿਆਨਾਂ 'ਚ, ਮਤਲਬ ਗੌਰਮੈਂਟ ਬਜਟ ਦੇ ਵਿੱਚੋਂ ਜਿਹੜਾ ਵਿਚੜਦਾ ਨਹੀਂ। ਔਰ ਪਾਲਿਸੀ 'ਤੇ ਤੁਹਾਡਾ ਕੀ ਨਜ਼ਰੀਆ ਹੈ? ਜਿਹੜੀ ਗੌਰਮੈਂਟ ਆਫ ਇੰਡੀਆ ਦੀ, ਭਾਰਤ ਸਰਕਾਰ ਦੀ 2020 ਦੀ ਪਾਲਿਸੀ ਹੈ, ਜਿਹਨੇ ਅਗਲੇ 15 ਸਾਲਾਂ 'ਚ ਲਾਗੂ ਹੋਣਾ ਟੋਟਲ 100%, ਉਹਦੇ ਸਿਲੇਬਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਦੇ ਸਿਲੇਬਸ ਦੇ ਨਾਲ ਦੀ ਨਾਲ ਉਹਦੀ ਪੜ੍ਹਾਈ ਦੇ ਤਰੀਕੇ ਬਾਰੇ ਕੀ? ਹਾਂ, ਇੱਕ ਗੱਲ ਜਿਹੜੀ ਚੰਗੀ ਹੈ ਸਿੱਖਿਆ ਦੇ ਵਿੱਚ, ਜਿਹੜਾ ਇਹਨਾਂ ਨੇ ਕੋਈ ਮੈਨੇਜਰ ਭਰਤੀ ਕਰਨੇ ਨੇ, ਕਹਿੰਦੇ ਨੇ ਕਿ ਜਿਹਦੇ 'ਚ ਟੀਚਰ ਐਜੂਕੇਸ਼ਨ ਵਾਲਾ ਹੀ ਕੰਮ ਕਰੂਗਾ, ਮਤਲਬ ਉਹ ਤੋਂ ਨਾਨ ਟੀਚਿੰਗ ਕੰਮ ਜਾਂ ਗੈਰ ਵਿਦਿਅਕ ਕੰਮ ਨਹੀਂ ਲਏ ਜਾਣਗੇ, ਔਰ ਉਹ ਭਰਤੀ ਕਰਕੇ ਉਹਨਾਂ ਦੀ ਤਨਖਾਹ ਤਾਂ ਦੇਣੀ ਓ ਪਊਗੀ। ਬਿਲਕੁਲ। ਤੇ ਦੂਜੀ ਗੱਲ ਹੈ ਸਕੂਲਾਂ ਦੀ ਸਫਾਈ ਦਾ, ਕਹਿ ਰਹੇ ਸੀ ਸਫਾਈ ਨਹੀਂ। ਇਹ ਅੱਗੇ ਸਾਰੇ ਪੀਐਨ ਜਾਂ ਸਪੀਕਰ ਹੁੰਦੇ ਸੀ ਵੱਡੇ, ਘੱਟੋ ਘੱਟ ਹਾਈ ਸੀਨੀਅਰ ਸੈਕੰਡਰੀ ਸਕੂਲਾਂ 'ਚ, ਉਹਦੇ 'ਚ ਹੋਣੇ ਚਾਹੀਦੇ ਨੇ ਜੇਕਰ ਉਹ ਇੱਕ ਗੱਲ ਹੁੰਦੀ ਹੈ ਤਾਂ ਪੋਜ਼ੀਟਿਵ ਇੱਕ ਗੱਲ ਹੈ। ਪਰ ਇਮੀਡੀਏਟ ਨਹੀਂ, ਉਹ ਤਾਂ ਆਪ ਹੀ ਕਹਿ ਰਹੇ ਨੇ ਜਦੋਂ ਸਿੱਖਿਆ ਤੇ ਵਿੱਤ ਮੰਤਰੀ ਕਿ 25 ਸਾਲ 'ਚ ਅਸੀਂ ਲੀਡ ਕਰਨ ਦੀ ਦਿਖਾਵਾਂਗੇ ਤੁਹਾਨੂੰ। ਤੇ ਇਹਦਾ ਮਤਲਬ ਉਹਨਾਂ ਨੂੰ ਵੀ ਲੱਗਦਾ ਕਿ ਜਿੰਨੇ ਕਿ ਸਾਡੇ ਸਾਧਨ ਨੇ ਉਹ ਤੁਰੰਤ ਨਹੀਂ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਤਬਦੀਲੀ ਦਿਖਾਈ ਦੇਣੀ ਕਿਸੇ ਵੀ ਰੂਪ ਦੇ ਵਿੱਚ। ਜਿਹੜਾ ਖੇਤੀ ਦਾ ਕੁਐਸਚਨ ਹੈ ਬਹੁਤ ਸੀਰੀਅਸ ਕੁਐਸਚਨ ਇਸ ਲੈਵਲ 'ਤੇ ਹੈ। ਮੈਨੂੰ ਲੱਗਦਾ ਇਕੱਲਾ ਪੰਜਾਬ ਸਰਕਾਰ ਦੇ ਬਸ ਦਾ ਵੀ ਨਹੀਂ ਹੈ, ਇਹ ਗੌਰਮੈਂਟ ਆਫ ਇੰਡੀਆ ਨਾਲ ਜੋੜ ਕੇ ਹੈ, ਸਾਰੀਆਂ ਚੀਜ਼ਾਂ ਜੁੜ ਕੇ ਵੀ ਕੰਮ ਕਰਨਗੀਆਂ। ਕਿਉਂਕਿ ਉਹਦੇ 'ਚ ਇਹ ਹੈ ਕਿ ਜੇਕਰ ਤੁਸੀਂ ਉਹ ਕਰਦੇ ਹੋ, ਮਤਲਬ ਕਿਸਾਨਾਂ ਦੀ ਆਮਦਨ ਵਧਾਉਂਦੇ ਹੋ, ਉਹਦੇ ਲਈ ਜ਼ਰੂਰੀ ਤਾਂ ਇਹ ਸੀ ਕਿ ਇੱਥੇ ਘੱਟੋ ਘੱਟ ਇੱਕ ਕਮਿਸ਼ਨ ਬਣਾ ਦਿੰਦੇ, ਜਿਹੜਾ ਕਮਿਸ਼ਨ ਆਮਦਨ ਕਮਿਸ਼ਨ ਹੁੰਦਾ ਕਿਸਾਨਾਂ ਤੇ ਮਜ਼ਦੂਰਾਂ ਦੀ। ਉਹ ਆਮਦਨ ਕਮਿਸ਼ਨ ਉਹਨਾਂ ਲਈ ਪਹਿਲਾਂ ਇੱਕ ਡਾਟਾ ਕਲੈਕਟ ਕਰਦਾ ਵੀ ਇੰਨੀ ਆਮਦਨ ਉਹਨਾਂ ਦੇ ਖਰਚੇ ਦੀ ਲੋੜ ਹੈ, ਫਿਰ ਕੋਈ ਉਹਦੇ ਲਈ ਇੱਕ ਗੱਲ ਰੱਖਦੇ ਕਮਿਸ਼ਨ ਦੀਆਂ ਰਿਕਮੈਂਡੇਸ਼ਨ ਦੇ ਮੁਤਾਬਕ ਕਿ ਹਾਂ ਅਸੀਂ ਹੁਣ ਆਹ ਉਹਨਾਂ ਦੇ ਲਈ ਹੱਲ ਕਰ ਰਹੇ ਹਾਂ। ਖੁਦਕੁਸ਼ੀ ਕਰਨੋਂ ਹਟ ਜਾਓ, ਤਾਂ ਅਮਰਿੰਦਰ ਸਿੰਘ ਨੇ ਵੀ ਉਦੋਂ ਕਹਿਤਾ ਸੀ ਖਰਚਾ ਮਾਫ ਕਰਾਂਗੇ, ਖੁਦਕੁਸ਼ੀ ਕਰਨਾ ਬੰਦ ਕਰ ਦਿਓ। ਕਹੇ ਤੇ ਥੋੜ੍ਹੀ ਹੋਣਾ, ਉਹਨੂੰ ਅਮਲ 'ਚ ਵੀ ਕੋਈ ਲਿਆਉਣਾ ਪੈਣਾ। ਖੁਦਕੁਸ਼ੀ ਰੋਜ਼ ਵੱਧ ਰਹੀਆਂ ਨੇ, ਆ ਰਹੀਆਂ ਨੇ, ਔਰ ਤੁਹਾਡੇ ਤਾਂ ਡਿਪਟੀ ਕਮਿਸ਼ਨਰ ਜਾਂ ਜਿਨ੍ਹਾਂ ਦੀ ਅਗਵਾਈ 'ਚ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਮੀਟਿੰਗ ਤੱਕ ਨਹੀਂ ਕਰਦੇ। ਇਹ ਸਰਕਾਰ ਜਦੋਂ ਦੀ ਆਈ ਹੈ 3 ਮਹੀਨਿਆਂ 4 ਮਹੀਨਿਆਂ 'ਚ ਕਿਸੇ ਇੱਕ ਬੰਦੇ ਨੂੰ, ਖੁਦਕੁਸ਼ੀ ਪੀੜਤ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਰਾਹਤ ਨਹੀਂ ਮਿਲੀ। ਅਤੇ ਉਹ ਬਹੁਤ ਸੈਂਸਿਟਿਵ ਮੁੱਦਾ ਹੈ, ਬਹੁਤ ਸੰਵੇਦਨਸ਼ੀਲ ਮੁੱਦਾ। ਉਧਰ ਸਰਕਾਰ ਨੂੰ ਇਸ ਜਿਹੜਾ ਹੁਣ ਬਜਟ 'ਤੇ ਚਰਚਾ ਹੋਊਗੀ, ਇਹਦੇ 'ਤੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਰਿਵਿਊ ਕਰਕੇ ਕੁਝ ਨਾ ਕੁਝ ਕਰਨ ਦੀ ਲੋੜ ਹੈ। ਜੀ ਹਮੀਰ ਜੀ, ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਜਿਹੜਾ ਸੂਬੇ ਦੇ ਸਿਰ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ, ਉਸ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਆ ਜਾ ਰਿਹਾ ਵੀ ਕਿ ਸਰਕਾਰਾਂ ਦੀ ਨਲਾਇਕੀਆਂ ਕਰਕੇ ਇਹ ਕਰਜ਼ਾ ਚੜ੍ਹਿਆ। ਕੀ ਆਮ ਆਦਮੀ ਪਾਰਟੀ ਨੇ ਉਸ 3 ਲੱਖ ਕਰੋੜ ਦੇ ਕਰਜ਼ੇ ਨੂੰ ਉਤਾਰਨ ਲਈ ਵੀ ਕੋਈ ਨਾ ਕੋਈ ਪਲੈਨਿੰਗ ਕੀਤੀ ਹੈ? ਕੋਈ ਇਸ ਤਰ੍ਹਾਂ ਵਿਊਤਬੰਦੀ ਦੇਖਣ ਨੂੰ ਮਿਲੀ ਹੈ? ਨਹੀਂ, ਇਸ ਦੇ ਵਿੱਚ ਤਾਂ ਕੋਈ ਬਹੁਤ ਜ਼ਿਆਦਾ ਨਹੀਂ ਮਿਲੀ। ਥੋੜ੍ਹਾ ਬਹੁਤ ਜਿੰਨਾ ਕੁ ਹੋਇਆ ਉਨਾ ਕੀ ਕਰ ਰਹੇ ਨੇ ਉਹ, ਕਿ ਥੋੜ੍ਹਾ ਜਿਹਾ ਅਸੀਂ ਆਬਕਾਰੀ ਚੋਂ ਲਵਾਂਗੇ, ਕੁਛ ਅਸੀਂ ਇੱਕ ਪੈਨਸ਼ਨ ਵਾਲੀ ਬੈਲਟ ਟਾਈਟ ਕਰਕੇ ਲੈ ਲਈ। ਬਾਕੀ ਤਾਂ ਕੋਈ ਨਕਸ਼ਾ ਤਾਂ ਕੋਈ ਨਹੀਂ ਦਿਖਾਈ ਦੇ ਰਿਹਾ ਕਿ ਅਸੀਂ ਆਹ ਕਰ ਰਹੇ ਹਾਂ, ਇਹਦੇ 'ਚੋਂ ਇੰਨੀ ਬੈਲਟ ਟਾਈਟ ਹੋ ਗਈ, ਇੰਨਾ ਸਾਡਾ ਪੈਸਾ ਬਚ ਜੂਗਾ ਫਲਾਣੇ ਕੰਮਾਂ 'ਤੇ, ਉੱਤੋਂ ਜਿਹੜਾ ਪਹਿਲਾਂ ਨਜਾਇਜ਼ ਖਰਚ ਹੋ ਰਿਹਾ ਸੀ, ਅਤੇ ਇੰਨਾ ਅਸੀਂ ਨਵਾਂ ਰੈਵਨਿਊ ਮਾਲੀਆ ਇਕੱਠਾ ਕਰਾਂਗੇ। ਹਜੇ ਤੱਕ ਤਾਂ ਜਿਹੜਾ ਆਉਣ ਵਾਲਾ ਉਹ ਕਟੌਤੀ 'ਚ ਆ ਰਿਹਾ, ਜਿਹੜਾ GST, ਉਹਦੇ 'ਤੇ ਵੀ ਰੌਲਾ ਪਾਉਣਾ ਚਾਹੀਦਾ ਗੌਰਮੈਂਟ ਆਫ ਇੰਡੀਆ ਨਾਲ, ਬਾਕੀ ਦੇ ਲੋਕਾਂ ਨੂੰ ਵੀ, ਕਿ ਕਰੋਨਾ 'ਚ ਵੀ ਲੰਘ ਗਿਆ ਸਾਡਾ ਦੌਰ, ਸਾਡੀ ਅਰਥ ਵਿਵਸਥਾ 'ਤੇ ਅਸਰ ਪਿਆ, ਇਹਨੂੰ ਹੋਰ ਵਧਾਉਣਾ ਚਾਹੀਦਾ। ਸੂਬੇ ਮੰਗ ਵੀ ਕਰ ਰਹੇ ਨੇ, ਉਸ ਪਾਸੇ ਵੱਲ ਤੋਰਨਾ ਚਾਹੀਦਾ। ਹਜੇ ਉਹ ਕਰਜ਼ਾ ਘਟਣ ਦਾ ਕੁਐਸਚਨ ਹੀ ਨਹੀਂ ਹੈ ਇਮੀਡੀਏਟ, ਇਹੋ ਜਿਹਾ ਕੋਈ ਨਹੀਂ। ਅਸੀਂ ਬਲਕਿ ਸਾਡੀ ਕੁੱਲ ਘਰੇਲੂ ਪੈਦਾਵਾਰ ਜਿਹੜੀ GSDP ਆ ਅੱਜ ਦੇ ਉਹਨਾਂ ਨੇ ਦੱਸਿਆ 45.23% 'ਤੇ ਚਲਾ ਗਿਆ। ਮਤਲਬ ਜਿੰਨੀ ਟੋਟਲ ਦੌਲਤ ਤੁਸੀਂ ਕਮਾਉਂਦੇ ਹੋ ਸਾਲ 'ਚ, ਉਹਦਾ ਅੱਧੇ ਵਾਂਗ ਕਰਜ਼ਾ ਹੋ ਗਿਆ। ਜੀ ਬਿਲਕੁਲ। ਤਾਂ ਆਪੀ ਦੀਵਾਲੀਆਂ ਦੇ ਪਣ ਦੇ ਨੇੜੇ ਚਲਾ ਜਾਂਦਾ। ਇਹਦਾ ਬਹੁਤ ਸੀਰੀਅਸਲੀ ਸੋਚ ਕੇ ਅੱਗੇ ਕੋਈ ਕਦਮ ਉਠਾਉਣ ਦੀ ਲੋੜ ਹੈ। ਇੱਕ ਗੱਲ ਜ਼ਰੂਰ ਕੀਤੀ ਹੈ ਕਿ ਜਿਹੜਾ ਉਹਨਾਂ ਨੇ ਟਰਸਟ ਬਣਾਇਆ NRI ਦਾ, ਜੀ, ਔਰ ਹੁਣ NRI ਯਕੀਨ ਕਰਨਗੇ ਨਹੀਂ ਕਰਨਗੇ ਉਹਦੇ 'ਤੇ ਨਿਰਭਰ ਕਰਦਾ। ਉਹ ਤਾਂ ਪਬਲਿਕ ਫੰਡਿੰਗ ਵਾਲਾ ਜੀ। ਇਹਨਾਂ ਨੇ ਕਿਹਾ ਸਰਕਾਰ ਵੀ ਰੱਖੂਗੀ, ਸਰਕਾਰ ਕਿੰਨੇ ਰੱਖੂਗੀ ਕੋਈ ਅਮਾਊਂਟ ਨਹੀਂ ਦੱਸੀ, ਪਰ ਬਾਹਰੋਂ ਆਉਣਗੇ ਤੇ ਅਸੀਂ ਉਹਨੂੰ ਕਹਿੰਦੇ ਪਾਰਦਰਸ਼ੀ ਤਰੀਕੇ ਨਾਲ ਲਾਵਾਂਗੇ ਜਿੱਥੇ ਤੁਹਾਨੂੰ ਪੂਰਾ ਪਤਾ ਹੋਊਗਾ, ਔਰ ਜੇ ਭਰੋਸਾ ਪੈਦਾ ਕਰ ਜਾਣ ਤਾਂ ਹੋ ਸਕਦਾ ਉਹ ਥੋੜ੍ਹਾ ਬਹੁਤ ਬੈਨੀਫਿਟਡ ਹੋ ਜਾਏ। ਜੀ ਹਮੀਰ ਜੀ, ਇਹ ਤਾਂ ਸੀ ਪੰਜਾਬ ਦੇ ਬਜਟ ਦੀ ਗੱਲ। ਇਸ ਦੇ ਨਾਲ ਹੀ ਗੱਲ ਕਰੀਏ ਪੰਜਾਬ ਦੀ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਰੇ। ਅੱਜ ਸਵੇਰ ਤੋਂ ਹੀ ਜਿਹੜਾ ਹੈਗਾ ਪੰਜਾਬ ਭਰ 'ਚ ਚਰਚਾਵਾਂ ਚੱਲ ਰਹੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਗਿਆ।
ਇਹ ਚਰਚਾਵਾਂ ਕਹਿ ਲਈਏ ਜਾਂ ਇਸ ਤਰ੍ਹਾਂ ਦੀ ਅਫਵਾਹਾਂ ਜਿਹੜੀਆਂ ਪੰਜਾਬ ਭਰ 'ਚ ਸੁਣਨ ਨੂੰ ਮਿਲ ਰਹੀਆਂ, ਤੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਬਾਰੇ ਸਪਸ਼ਟੀਕਰਨ ਵੀ ਜਿਹੜਾ ਹੈਗਾ ਦਿੱਤਾ ਜਾ ਰਿਹਾ, ਕਹਾਣੀ ਸਪਸ਼ਟ ਕੀਤੀ ਜਾ ਰਹੀ ਹੈ। ਕੀ ਮਾਮਲਾ ਇਹ ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਪੂਰਾ ਮਾਮਲਾ ਕੀ ਹੈ। ਅਸਲ 'ਚ ਅਫਵਾਹ ਐ ਨਹੀਂ ਆਈ। ਜਗਮੀਤ ਸਿੰਘ ਬਰਾੜ ਪਬਲਿਕਲੀ ਮੀਡੀਆ 'ਚ ਆਏ। ਜਗਮੀਤ ਸਿੰਘ ਬਰਾੜ ਕੋਰ ਕਮੇਟੀ ਦੇ ਮੈਂਬਰ ਨੇ, ਪੁਰਾਣੇ ਲੀਡਰ ਨੇ, ਪਹਿਲਾਂ ਕਾਂਗਰਸ 'ਚ ਰਹੇ, MP ਵੀ ਰਹੇ। ਉਹਨਾਂ ਨੇ ਆ ਕੇ ਕਿਹਾ, ਜਦੋਂ ਲੋਕਾਂ ਨੇ ਸਵਾਲ ਕੀਤੇ ਕਿ ਸੰਗਰੂਰ ਹਾਰ ਗਏ ਜਾਂ ਬਾਕੀ ਦੀਆਂ ਚੀਜ਼ਾਂ ਨੇ, ਤੇ ਜਗਮੀਤ ਸਿੰਘ ਬਰਾੜ ਨੇ ਇਹ ਇੱਥੋਂ ਤੱਕ ਕਿਹਾ ਕਿ ਜਦੋਂ ਵੱਡੀਆਂ ਹਾਰਾਂ ਹੁੰਦੀਆਂ ਨੇ ਤਾਂ ਤਿਆਗ ਕਰਨਾ ਪੈਂਦਾ ਹੈ, ਔਰ ਤਿਆਗ ਕਰਨਾ ਚਾਹੀਦਾ ਵੱਡੇ ਲੀਡਰਾਂ ਨੂੰ। ਨਾਂ ਨਹੀਂ ਉਹਨੇ ਲਿਆ ਸੁਖਬੀਰ ਸਿੰਘ ਬਾਦਲ ਦਾ ਕਿ ਐਂ ਕਰਨਾ, ਬਾਕੀ ਕਹਿੰਦੇ ਉਹ ਨਿੱਜੀ ਬੰਦੇ ਦਾ ਵਿਚਾਰ ਹੁੰਦਾ ਆਪਣਾ। ਨਾਲ ਦੀ ਨਾਲ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਸਾਨੂੰ ਕੁਝ ਨਵੇਂ ਬੰਦੇ ਲਿਆਉਣੇ ਪੈਣਗੇ ਜਿਨ੍ਹਾਂ ਦਾ ਅੱਖ ਸਾਫ਼ ਹੈ, ਜਿਹੜੇ ਬਾਕੀ ਨੇ। ਉਹਨਾਂ 'ਚੋਂ 3 ਬੰਦਿਆਂ ਦਾ ਨਾਮ ਵੀ ਲਿਆ ਉਹਨਾਂ ਨੇ। 3 ਬੰਦਿਆਂ 'ਚੋਂ ਇੱਕ ਏਆਲੀ ਸੀਗਾ ਮਨਪ੍ਰੀਤ ਸਿੰਘ, ਤੇ ਦੂਸਰਾ ਬਡਾਲਾ ਜਿਹੜਾ ਜਥੇਦਾਰ ਕੁਲਦੀਪ ਸਿੰਘ ਬਡਾਲਾ ਦੇ ਬੇਟੇ, ਔਰ ਤੀਸਰਾ ਜਿਹੜਾ ਕਾਹਲੋਂ ਪੁਰਾਣੇ ਨਿਰਮਲ ਸਿੰਘ ਕਾਹਲੋਂ ਦੇ ਰਵੀਕਰਨ ਕਾਹਲੋਂ। ਇਹੋ ਜਿਹੇ ਬੰਦੇ ਸਾਨੂੰ ਲਿਆਉਣੇ ਪੈਣਗੇ 3। ਉਹ ਇਹ ਵੀ ਸੰਕੇਤ ਦਿੱਤਾ ਵੀ ਮਾਲਵੇ ਦਾ ਇੰਚਾਰਜ ਉਹਨੂੰ ਬਣਾ ਦਿਓ, ਦੁਆਬੇ ਦਾ ਇੱਕ, ਮਾਝੇ ਦਾ, 3 ਦੇ ਵਿੱਚੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅਤੇ ਇੱਕ ਇਦੋਂ ਅੱਗੇ ਵੀ ਜਾ ਕੇ ਉਹਨੇ ਸਬੂਤ ਮਤਲਬ ਦਿੱਤਾ, ਜਿਹੜਾ ਅਕਾਲੀ ਦਲ ਦੀ ਮੇਨ ਪਾਲਿਸੀ ਹੈ ਉਹਨੂੰ ਵੀ ਕਿ ਸੁਧਾਰਨ ਦੀ ਲੋੜ ਹੈ। ਜੇ ਅਸੀਂ ਸੁਧਾਰਾਂਗੇ, ਅਸੀਂ ਇਨਕਲੂਸਿਵ ਏਜੰਡਾ ਦਿਆਂਗੇ। ਇਨਕਲੂਸਿਵ ਏਜੰਡੇ ਦਾ ਮਤਲਬ ਹੈ ਪੰਜਾਬੀਅਤ ਦਾ ਏਜੰਡਾ ਦਿਆਂਗੇ। ਪੰਜਾਬੀਅਤ ਦੇ ਏਜੰਡੇ 'ਚ ਉਹਨੇ ਇਹ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮਾਮਲੇ ਦੇ ਵਿੱਚ ਵੀ ਸਾਨੂੰ ਇਹ ਕਰਨਾ ਪਊਗਾ ਉਹਦੇ ਮੁਤਾਬਕ ਕਿ ਜਿਹੜੇ ਸਹਿਜਧਾਰੀ ਸਿੱਖ ਨੇ ਉਹਨਾਂ ਨੂੰ ਵੀ ਵੋਟ ਦਾ ਰਾਈਟ ਦੇ ਕੇ, ਜਿਹੜੇ ਇੰਟੈਲੀਜੈਂਟ ਨੇ, ਨਾਨਕ ਨਾਮ ਨੇਵਾ ਨੇ, ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣੀਆਂ ਚਾਹੀਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ। ਉੱਥੇ ਤੱਕ ਵੀ ਜਾਣਾ ਹੈ। ਪਤਾ ਨਹੀਂ ਕੀ ਹੈ ਜਾਂ ਕੀ ਨਹੀਂ ਹੋਏਗਾ, ਪਰ ਜਦ ਇੱਕ ਵੱਡਾ ਲੀਡਰ ਕੁਝ ਗੱਲਾਂ ਕਹਿੰਦਾ ਹੈ ਉਸ ਲੈਵਲ 'ਤੇ ਆ ਕੇ, ਤਾਂ ਲਾਜ਼ਮੀ ਹੈ ਕਿ ਉਹ ਚਰਚਾ ਹੋਣੀ। ਅਤੇ ਇਟ ਮੀਨ ਜੇ ਮੰਗ ਸ਼ੁਰੂ ਹੋ ਗਈ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਦੂਜੀ ਗੱਲ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਨਰਲ ਸੈਕਟਰੀ ਹੈ ਕਰਨੈਲ ਸਿੰਘ ਪੰਜੋਲੀ, ਉਹਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸਾਰੇ ਅਕਾਲੀ ਲੀਡਰਾਂ ਨੂੰ ਇਸ ਸੰਗਰੂਰ ਹਾਰ ਤੋਂ ਬਾਅਦ ਆਪਣੇ ਅਸਤੀਫੇ ਜਥੇਦਾਰ ਅਕਾਲ ਤਖਤ ਨੂੰ ਸੌਂਪ ਦੇਣੇ ਚਾਹੀਦੇ ਨੇ, ਅਤੇ ਉਸ ਤੋਂ ਬਾਅਦ ਫਿਰ ਕੋਈ ਅਗਲੀ ਗੱਲ ਜਿਹੜੀ ਕਰਨੀ ਚਾਹੀਦੀ ਹੈ। ਅਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਜਦੋਂ ਤੋਂ ਬੰਦੇ ਬੋਲਣ ਲੱਗ ਜਾਂਦੇ ਨੇ, ਇਹ ਸੁਭਾਵਿਕ ਸੀ ਕਿ ਤੀਜੀ ਵੱਡੀ ਹਾਰ ਹੈ ਅਕਾਲੀ ਦਲ ਦੀ ਜਮਾਂ ਹੀ ਜਿਹੜੀ ਉਸ ਲੈਵਲ 'ਤੇ ਆ ਕੇ, ਤਾਂ ਹੇਠੋਂ ਇੱਕ ਨਾ ਇੱਕ ਲੈਵਲ 'ਤੇ ਉਭਾਰ ਜਾਂ ਬਗਾਵਤ ਨਾ ਕਹੋ, ਉਹਦੇ 'ਚ ਕੋਈ ਦਰੁਸਤ ਹੋਣ ਦੀ ਗੱਲ ਇਹ ਉੱਠਣੀ ਸੁਭਾਵਿਕ ਸੀ। ਉਹਦੇ 'ਚੋਂ ਇਦੋਂ ਪਹਿਲਾਂ ਹੀ ਜਿਹੜੀ ਪਿਛਲੀ ਵਿਧਾਨ ਸਭਾ ਦੀ ਹਾਰ ਸੀ, ਅਕਾਲੀ ਦਲ ਨੇ ਇੱਕ 13 ਮੈਂਬਰੀ ਕਮੇਟੀ ਬਣਾਈ ਸੀ, ਜਿਹੜੀ ਝੂੰਦਾਂ ਦੀ ਅਗਵਾਈ ਦੇ ਵਿੱਚ ਇਕਬਾਲ ਸਿੰਘ ਝੂੰਦਾਂ ਜਿਹੜੇ ਮਤਲਬ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਸੀਗੇ ਅੱਜ ਕੱਲ੍ਹ, ਉਹ ਉਹਨਾਂ ਦਾ ਮਲੇਰਕੋਟਲੇ 'ਚ ਹੀ ਆ ਗਿਆ ਸ਼ਾਇਦ ਅਮਰਗੜ੍ਹ, ਅਤੇ ਉਹ ਕਮੇਟੀ ਨੇ ਰਿਪੋਰਟ ਦਿੱਤੀ ਹੋਈ ਹੈ। ਉਦੋਂ ਉਹ 'ਤੇ ਚਰਚਾ ਤਾਂ ਨਹੀਂ ਕੀਤੀ ਕਿਉਂਕਿ ਇਹ ਕਿਹਾ ਗਿਆ ਕਿ ਅਜੇ ਆਪਾਂ ਇਹਨੂੰ ਜਿਹੜੀ ਬਾਈ ਇਲੈਕਸ਼ਨ ਲੰਘ ਜਾਣ ਦਿਓ, ਉਦੋਂ ਬਾਅਦ ਕਰਾਂਗੇ। ਔਰ ਉਹ ਕਮੇਟੀ ਦੀ ਰਿਪੋਰਟ ਇਸ ਆਧਾਰਿਤ ਹੈ ਕਿ ਉਹਨਾਂ ਨੇ ਜਾ ਕੇ ਵੱਖ-ਵੱਖ 20 ਜ਼ਿਲ੍ਹਿਆਂ ਦੇ ਵਿੱਚ ਆਪਦੇ ਵਰਕਰਾਂ ਨਾਲ ਗੱਲ ਕੀਤੀ ਕਿ ਤੁਸੀਂ ਕੀ ਚਾਹੁੰਦੇ ਹੋ, ਕਿਵੇਂ ਹੋ ਸਕਦਾ। ਔਰ ਉਹ 20 ਜ਼ਿਲ੍ਹਿਆਂ ਦੇ ਵਰਕਰਾਂ ਦਾ ਇਹ ਮੰਨਣਾ, ਜਿਹੜੀ ਸਾਂਝੀ ਰਿਪੋਰਟ ਹੈ ਕਿਹਾ ਇਹ ਜਾ ਰਿਹਾ, ਉਹ ਲੀਡਰਸ਼ਿਪ ਬਦਲਣਾ ਚਾਹੁੰਦੀ ਹੈ। ਉਹ ਲੀਡਰਾਂ ਤੋਂ ਦੀ ਬਜਾਏ ਨਵੀਂ ਲੀਡਰਸ਼ਿਪ ਜਿਹੜੀ ਚਾਹੁੰਦੀ ਹੈ, ਉਹਦੀ ਰਿਕਮੈਂਡੇਸ਼ਨ ਵੀ ਇਹ ਹੈ। ਪਰ ਇਸ ਤੋਂ ਬਾਅਦ ਫੈਸਲਾ ਉਹਦੀ ਕੋਰ ਕਮੇਟੀ ਜਿਹੜੀ ਬੈਠੂਗੀ, ਹੁਣ ਵੀ ਜਦੋਂ ਬੈਠੂਗੀ, ਉਹਨੇ ਅੰਤਮ ਕਰਨਾ। ਇਹ ਲੋਕਾਂ ਦਾ, ਕਾਰਕੁਨਾਂ ਦਾ ਅਤੇ ਅੰਦਰ ਕੁਛ ਲੀਡਰਾਂ ਦੀ ਇਹ ਆਪਣੇ ਆਪ ਦੇ ਵਿੱਚ ਇੱਕ ਆਵਾਜ਼ ਹੈ, ਜਿਹੜੀ ਆਵਾਜ਼ ਨੂੰ ਅਕਾਲੀ ਦਲ ਕਿਵੇਂ ਟੈਕਲ ਕਰਦਾ, ਕਿਸ ਤਰੀਕੇ ਨਾਲ ਲੈਂਦਾ, ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਉਹ ਉਹਦੇ ਤੋਂ ਤੈਅ ਕਰਨਗੇ ਕਿਸ ਤਰੀਕੇ ਨਾਲ ਕਰਦੇ ਨੇ, ਕਿਸ ਤਰੀਕੇ ਨਾਲ ਨਹੀਂ ਕਰਦੇ। ਹਮੀਰ ਜੀ, ਇੱਕ ਹੁਣ ਸ਼੍ਰੋਮਣੀ ਅਕਾਲੀ ਦਲ ਪ੍ਰੈਸ ਕਾਨਫਰੰਸ ਵੀ ਕਰ ਰਿਹਾ, ਉਹਦੇ ਵਿੱਚ ਵੀ ਕੁਝ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਈ ਤਰ੍ਹਾਂ ਦੀ ਗੱਲਾਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਕੀ ਹੈ? ਉਹ ਬਲਵਿੰਦਰ ਸਿੰਘ ਭੂਦੜ, ਉਹਨਾਂ ਨੇ ਪ੍ਰੈਸ ਕਾਨਫਰੰਸ ਨਾਲ ਕੁਛ ਹੋਰ ਸੱਜਣਾਂ ਨੂੰ ਬਿਠਾ ਕੇ ਕਰਨ ਦੀ ਕੋਸ਼ਿਸ਼ ਕੀਤੀ, ਔਰ ਕਿਹਾ ਕਿ ਡਿਨਾਈ ਕੀਤਾ ਕਿ ਅਫਵਾਹਾਂ ਨੇ, ਐਂ ਪ੍ਰਧਾਨਾਂ ਤੋਂ ਅਸਤੀਫੇ ਨਹੀਂ ਲਏ ਜਾਂਦੇ ਹੁੰਦੇ, ਪਾਰਟੀਆਂ 'ਚ ਉਤਰਾਅ ਚੜ੍ਹਾਅ ਹੁੰਦੇ ਰਹਿੰਦੇ ਨੇ। ਉਹ ਪੁਰਾਣੀਆਂ ਕਹਾਣੀਆਂ ਵੀ ਸੁਣਾ ਰਹੇ ਨੇ, ਅਸੀਂ ਮਿਲੀਟੈਂਸੀ ਦੌਰਾਨ 15 ਸਾਲ ਐਵੇਂ ਰਹੇ, ਜਾਂ ਬਾਕੀ ਦੀਆਂ ਚੀਜ਼ਾਂ ਵੀ ਨੇ। ਪਰ ਉਹ ਮਾਹੌਲ 'ਤੇ ਮਾਹੌਲ 'ਚ ਬੜਾ ਜ਼ਿਆਦਾ ਡਿਫਰੈਂਸ ਹੈ, ਮਤਲਬ ਦੋਨਾਂ 'ਚ, ਕਿ ਇਹ ਇੱਕ ਵਾਰ ਉਹ ਲੀਡਰਸ਼ਿਪ ਇੰਨੀ ਡਿਸਕ੍ਰੈਡਿਟ ਨਹੀਂ ਹੁੰਦੀ ਉਦੋਂ ਜਦੋਂ ਬੈਠੇ, ਉਦੋਂ ਤਾਂ ਖਾੜਕੂਬਾਦ ਹੈ, ਨਹੀਂ ਚੋਣਾਂ ਹੋ ਰਹੀਆਂ, ਤੁਸੀਂ ਨਹੀਂ ਆਏ, ਤਾਂ ਕਿ ਉਹ ਇੱਕ ਅਲੱਗ ਗੱਲ ਹੈ। ਬਿਲਕੁਲ। ਅਤੇ ਇਸੇ ਤਰੀਕੇ ਨਾਲ ਪੁਰਾਣਾ ਜਿਹੜਾ ਇੱਕ ਗੱਲ ਸੀ, ਪੁਰਾਣਾ ਜਿਹੜਾ ਖਾਸਾ ਸੀ, ਉਹ ਕਹਿੰਦੇ ਅਸੀਂ ਐਮਰਜੈਂਸੀ ਦੌਰਾਨ ਲੜੇ, ਅਸੀਂ ਬਾਕੀ ਬਿਲਕੁਲ ਲੜੇ। ਅਕਾਲੀ ਦਲ ਦੀਆਂ ਉਹ ਲੜਾਈਆਂ ਨੂੰ ਤਾਂ ਲੋਕ ਪ੍ਰਵਾਨ ਕਰਦੇ ਨੇ, ਇਸੇ ਕਰਕੇ ਇਹਦੀ ਬੁੱਕਤ ਸੀ। ਰੌਲਾ ਹੈ ਕਿ ਉਦੋਂ ਬਾਅਦ ਜਦੋਂ ਤੋਂ ਬੀਜੇਪੀ ਨਾਲ ਰਲ ਗਏ, ਉਦੋਂ ਬਾਅਦ ਕੀ ਕੀਤਾ, ਉਦੋਂ ਬਾਅਦ ਉਹ ਜਿਹੜੀ ਅਸੂਲ 'ਤੇ ਤੁਸੀਂ ਇੰਦਰਾ ਗਾਂਧੀ ਦੀ ਸੱਤਾ ਠੁਕਰਾਤੀ, ਅਕਾਲੀ ਦਲ ਲਈ ਲੜੇ ਸੀ, ਅਸੂਲਾਂ ਲਈ ਲੜੇ ਸੀ, ਮਨੁੱਖੀ ਅਧਿਕਾਰਾਂ ਲਈ ਲੜੇ ਸੀ, ਅਤੇ ਮੁੜ ਕੇ ਆ ਕੇ ਤੁਸੀਂ ਸੱਤਾ ਲਈ ਉਹ ਹੋ ਗਏ, ਤੁਸੀਂ ਅਸੂਲ ਅਪਣਾਏ ਨਹੀਂ ਨਾ। ਜੇ ਅਸੂਲ ਅਪਣਾਉਂਦੇ ਤਾਂ ਤੁਸੀਂ ਬਾਬਰੀ ਮਸਜਿਦ ਦਾ ਵੀ ਵਿਰੋਧ ਕਰਦੇ, ਢਾਉਣ ਦਾ। ਅਸੂਲ ਅਪਣਾਉਂਦੇ ਜੰਮੂ ਕਸ਼ਮੀਰ 'ਤੇ ਵੀ ਸ਼ਾਇਦ ਤੁਹਾਡੀ ਹੋਰ ਰਾਏ ਹੁੰਦੀ। ਅਸੂਲ ਅਪਣਾਉਂਦੇ ਜਿਹੜਾ ਜੋ ਮੁਸਲਿਮ ਘੱਟ ਗਿਣਤੀ 'ਤੇ ਤਸੱਦਦ ਹੋ ਰਿਹਾ,
ਉਸ ਨੂੰ ਦੇ ਵੀ ਬੋਲਦੇ, ਮਤਲਬ ਉਹ ਗੱਲਾਂ ਤਾਂ ਇੱਕ ਆਪਣੀ ਜਗ੍ਹਾ ਨੇ। ਪਰ ਉਹਨਾਂ ਨੇ ਇੱਕ ਗੱਲ ਸਾਫ਼ ਕਰਤੀ ਹੈ ਕਿ ਆਪਦੇ ਵੱਲੋਂ, ਕਿਉਂਕਿ ਚਰਚਾ ਇਹ ਚੱਲੀ ਸੀ ਕਿ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਜੀ, ਸ਼ਾਇਦ ਬਲਵਿੰਦਰ ਸਿੰਘ ਭੂੰਦੜ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਜਾਂ ਪ੍ਰਧਾਨਗੀ ਮਤਲਬ ਕੁਛ ਸਮੇਂ ਲਈ ਦੇਤੀ ਹੈ। ਉਹ ਕਹਿੰਦੇ ਨਾ ਮੈਂ ਦਾਅਵੇਦਾਰ ਹਾਂ, ਨਾ ਕੋਈ ਇਹੋ ਜਿਹੀ ਗੱਲ ਹੈ, ਇਹ ਸਾਰੀਆਂ ਅਫਵਾਹਾਂ ਨੇ ਔਰ ਪਾਰਟੀ ਸਮੂਥ ਹੈ, ਉਵੇਂ ਹੀ ਚੱਲੇਗੀ। ਪਾਰਟੀ ਮਜ਼ਬੂਤੀ ਨਾਲ ਅੱਗੇ ਆਏਗੀ, ਆਪਣੇ ਤਰੀਕੇ ਨਾਲ ਪਾਰਟੀ ਆਪਣਾ ਜਿਹੜੀਆਂ ਕਮਜ਼ੋਰੀਆਂ ਜਾਂ ਜੋ ਵੀ ਚੀਜ਼ਾਂ ਸੋਚ ਕੇ ਅੱਗੇ ਚੱਲੇਗੀ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।